ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲਲਿਤ ਪਦ ਛੰਦ। ਥੋਰੇ ਨਰ ਲੈ ਸੰਗ ਸੋਗ ਮਨੇ, ਦ੍ਰਿਸ਼ਟ ਅਨੰਦਪੁਰ ਔਰੀ। ਚਲਤ ਚਲਤ ਕੁਛ ਨਿਕਟ ਪਹੁੰਚੇ, ਭੀਮ ਚੰਦ ਕਰ ਜੋਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ, ਗੁਰ ਕਿਰਪਾਲ ਜਬ ਭਏ ਤਾਂ ਅਵਗੁਣ ਸਭ ਛਪੇ। ਐਸੇ ਕਰਨ ਕਾਰਨ ਕਿਰਪਾ ਨਿਧਾਨ, ਭਗਤ ਵਛਲ ਅਨਾਥ ਨਾਥ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਇਕੱਤਰ ਹੋਏ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲ ਔਰ ਸਕਾਰਥਾ ਕਰ ਰਹੇ। ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਕਰ ਸਫਲ ਉਡੰਦਾ ਜਾਮਦਾ। ਇਹ ਸਮਾਂ ਠਹਿਰਨ ਦੀ ਜਾਚ ਨਹੀਂ ਜਾਣਦਾ। ਇਹਦਾ ਚੱਕਰ ਆਪਣੀ ਰਫ਼ਤਾਰ ਨਾਲ ਚੱਲਦਾ ਚਲਿਆ ਜਾਂਦਾ। ਰਹੀ ਵਾਸਤੇ ਕਤ, ਸਮੇਂ ਨੇ ਇੱਕ ਨਾ ਮੰਨੀ। ਖਿੱਚ ਖਿੱਚ ਰਹੀ ਤਰੀਕ, ਸਮੇਂ ਖਿਸਕਾਈ ਕੰਨੀ। ਪਰ ਬੀਤਣ ਦੇ ਨਾਲ ਇਹ ਸਮਾਂ ਸਫਲ ਹੁੰਦਾ ਚਲਾ ਜਾਏ, ਗੁਰਸਿੱਖ ਦਾ ਇਹ ਯਤਨ ਹੁੰਦਾ। ਸਮੇਂ ਦੀ ਸਫਲਤਾ ਉਦੋਂ ਹੁੰਦੀ ਹੈ ਜਦੋਂ ਉਹ ਸਮਾਂ ਪਰਮੇਸ਼ਰ ਦੀ ਯਾਦ ਵਿੱਚ ਨਿਰੰਕਾਰ ਦੇ ਰੰਗ ਵਿੱਚ ਰੰਗਿਆ ਹੋਇਆ ਬਤੀਤ ਹੋਵੇ। ਜਗਤ ਗੁਰੂ ਕਲਗੀਧਰ ਪੰਥ ਦੇ ਵਾਲੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਸਤਿਕਾਰ ਸਹਿਤ ਸਰਵਣ ਕਰ ਰਹੇ। ਕਲਗੀਧਰ ਜੀ ਨੇ ਸਿੰਘਾਂ ਸਮੇਤ ਮੈਦਾਨੇ ਜੰਗ ਵਿੱਚ ਦੁਸ਼ਮਣ ਦਲ ਦਾ ਮੁਕਾਬਲਾ ਕੀਤਾ। ਆਮੋ ਸਾਹਮਣੇ ਹੱਥੋਂ ਹੱਥੀ ਜੰਗ ਹੋਈ ਔਰ ਇਸ ਜੰਗ ਨੂੰ ਜਿੱਤ ਕੇ ਸਤਿਗੁਰੂ ਜੀ ਵਾਪਸ ਆਨੰਦਗੜ੍ਹ ਕਿਲੇ ਵਿੱਚ ਜਾ ਕੇ ਪ੍ਰਵੇਸ਼ ਕਰ ਗਏ। ਦੁਸ਼ਮਣ ਹੈਰਾਨੀ ਨਾਲ, ਅਚਰਜਤਾ ਨਾਲ ਸੋਚਦਾ ਰਹਿ ਗਿਆ ਕਿ ਹੋਇਆ ਕੀ। ਜਿਵੇਂ ਸ਼ੇਰ ਦੀ ਝਪਟ ਹੁੰਦੀ ਹੈ, ਏਦਾਂ ਦੀ ਝਪਟ ਮਾਰ ਕੇ ਸਾਡੇ ਅਨੇਕਾਂ ਬੰਦਿਆਂ ਨੂੰ, ਅਨੇਕਾਂ ਸਿਪਾਹੀਆਂ ਨੂੰ ਰਣ ਭੂਮੀ 'ਚ ਮਾਰ ਗਏ ਨੇ। ਸਾਡੇ ਹਜ਼ਾਰਾਂ ਬੰਦੇ ਰਣ ਭੂਮੀ 'ਚ ਮਰੇ ਦਿਸਦੇ ਨੇ, ਉਹਨਾਂ ਦਾ ਇੱਕ ਵੀ ਨਜ਼ਰ ਨਹੀਂ ਆਉਂਦਾ। ਇਹਨਾਂ ਬਥੇਰੇ ਤੋਪਾਂ ਦੇ ਗੋਲੇ ਸਾਹਿਬ ਤੇ ਦਾਗੇ, ਪਰ ਕੋਈ ਗੋਲਾ ਸਤਿਗੁਰਾਂ ਤੱਕ ਨਹੀਂ ਪਹੁੰਚ ਸਕਿਆ। ਭੀਮ ਚੰਦ ਕਹਿਣ ਲੱਗਾ ਇਹਨਾਂ ਰਾਜਿਆਂ ਨੂੰ, ਸੂਬੇਦਾਰਾਂ ਨੂੰ, ਅੱਗੇ ਹੋ ਕੇ ਨਾ ਲੜੋ, ਮੋਰਚੇ ਬਣਾ ਕੇ ਪਿੱਛੇ ਪਿੱਛੇ ਹੋ ਜਾਓ। ਆਨੰਦਪੁਰ ਸਾਹਿਬ ਨੂੰ ਆਉਣ ਵਾਲੇ ਸਾਰੇ ਰਸਤੇ ਬੰਦ ਕਰ ਦਿਓ, ਕੋਈ ਰਸਤ ਬਸਤ ਅੰਦਰ ਨਾ ਜਾਣ ਦਿਓ। ਆਪੇ ਗੁਰੂ ਜੀ ਕੁਝ ਦਿਨਾਂ ਬਾਅਦ ਤੰਗ ਹੋ ਕੇ ਬਾਹਰ ਆਉਣਗੇ। ਤੁਸੀਂ ਜੋ ਕਹੋਗੇ ਉਹ ਫਿਰ ਮੰਨ ਲੈਣਗੇ। ਸੂਬੇਦਾਰਾਂ ਨੇ ਰਾਜੇ ਭੀਮ ਚੰਦ ਦੀ ਇਸ ਸਲਾਹ ਨੂੰ ਮੰਨਿਆ।
ਸ਼੍ਰੀ ਅਨੰਦਪੁਰ ਸਾਹਿਬ ਦੇ ਚੌਂ ਤਰਫੀ ਜਿਹੜੇ ਰਸਤੇ ਅਨੰਦਪੁਰ ਸਾਹਿਬ ਨੂੰ ਆਉਂਦੇ ਸਨ ਉਹ ਬੰਦ ਕਰ ਦਿੱਤੇ ਗਏ। ਰਾਤ ਬੀਤੀ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਅਗਲੇ ਦਿਨ ਸ਼ਾਮ ਜੇ ਦਾ ਵੇਲਾ ਹੋਇਆ ਤੇ ਦੀਵਾਨ ਸਜਾ ਕੇ ਬੈਠੇ ਨੇ। ਇੱਕ ਉੱਚਾ ਟਿੱਬਾ ਹੈ, ਉੱਚਾ ਦਮਦਮਾ ਹੈ ਜਿਹੜਾ ਦੂਰ ਦੁਸ਼ਮਣਾਂ ਨੂੰ ਵੀ ਦਿਸਦਾ ਹੈ। ਚਿੱਟੇ ਰੰਗ ਦੀ ਪੋਸ਼ਾਕ ਪਾਈ, ਚਿੱਟੇ ਰੰਗ ਦਾ ਹੀ ਚੰਦੋਆ ਤਣਿਆ ਹੋਇਆ, ਚਿੱਟੇ ਰੰਗ ਦਾ ਹੀ ਚਬਰ ਮਹਾਰਾਜ ਜੀ ਦੇ ਸੀਸ ਤੇ ਝੁੱਲ ਰਿਹਾ ਹੈ। ਖਾਲਸਾ ਸ਼ਸਤਰਾਂ ਬਸਤਰਾਂ ਸਹਿਤ ਮਹਾਰਾਜ ਜੀ ਦੇ ਦੀਵਾਨ ਵਿੱਚ ਹੈ। ਸਤਿਗੁਰੂ ਜੀ ਦਰਸ਼ਨ ਦੇ ਰਹੇ ਨੇ। ਉਧਰ ਸੂਬੇਦਾਰਾਂ ਦੀ ਨਿਗਾਹ ਮਹਾਰਾਜ ਜੀ ਤੇ ਪਈ। ਦੂਰੋਂ ਵੇਖਿਆ ਦੂਰਬੀਨ ਲਾ ਕੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਇਥੋਂ ਕਲਗੀਧਰ ਜੀ ਦੇ ਇਤਿਹਾਸ ਦੀ ਕਥਾ ਪ੍ਰਾਰੰਭ ਕਰੀਏ ਜਿੱਥੇ ਕੱਲ ਲੜੀ ਛੱਡੀ ਸੀ। ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਥੋੜੇ ਨਰਲੇ ਸੰਗ ਸੁਗਮ ਨੇ। ਥੋੜੇ ਜੇ ਬੰਦੇ ਆਪਣੇ ਨਾਲ ਲੈ ਕੇ ਜਿਹੜੇ ਸੂਬੇਦਾਰ ਸਨ ਇਹ ਆਨੰਦਪੁਰ ਸਾਹਿਬ ਵਾਲੇ ਪਾਸੇ ਨੂੰ ਆਏ ਹਨ। ਦ੍ਰਿਸ਼ਟ ਆਨੰਦਪੁਰ ਔਰੀ। ਇਹਨਾਂ ਦੀ ਨਿਗਾਹ ਸ਼੍ਰੀ ਆਨੰਦਪੁਰ ਸਾਹਿਬ ਵੱਲ ਮਹਾਰਾਜ ਜੀ ਦੀ ਨਗਰੀ ਵੱਲ ਹੈ। ਚਲਤ ਚਲਤ ਕੁਛ ਨਿਕਟ ਪਹੁੰਚੇ। ਇਹ ਚਲਦਿਆਂ ਚਲਦਿਆਂ ਮਹਾਰਾਜ ਜੀ ਦੇ ਨਗਰ ਦੇ ਥੋੜੇ ਜੇ ਨੇੜੇ ਆਏ ਹਨ। ਭੀਮ ਚੰਦ ਕਰ ਜੋਰੀ। ਰਾਜਾ ਭੀਮ ਚੰਦ ਲਾਗੇ ਇਹਨਾਂ ਦੇ ਹੱਥ ਜੋੜ ਕੇ ਖੜਾ ਹੈ। ਜ਼ੇਰ ਦਸਤ ਅਰਖਾਂ ਵਜੀਦ ਪਿਖ। ਜ਼ਬਰਦਸਤ ਖਾਨ ਤੇ ਵਜ਼ੀਰ ਖਾਨ ਸੂਬਾ ਸਰਹੰਦ ਇਹ ਦੋਵੇਂ ਸਾਹਮਣੇ ਵੇਖਦੇ ਹਨ। ਬੋਲੇ ਰਾਜਨ ਸੰਗਾ। ਪਹਾੜੀ ਰਾਜਿਆਂ ਨੂੰ, ਰਾਜੇ ਭੀਮ ਚੰਦ ਨੂੰ ਤੇ ਉਹਦੇ ਨਾਲ ਦੇ ਜਿਹੜੇ ਦੂਜੇ ਪਹਾੜੀ ਰਾਜੇ ਨੇ ਉਹਨਾਂ ਨਾਲ ਬੋਲਿਆਂ ਕਹਿਣ ਲੱਗੇ ਸਗਰੇ ਦ੍ਰਿਸ਼ਟ ਲਗਾਏ ਬਿਲੋਕ। ਕਹਿੰਦੇ ਸਾਰੇ ਆਪਣੀ ਨਿਗਾਹ ਲਾ ਕੇ ਵੇਖੋ। ਬਹੁ ਨਰ ਥਾਨ ਉਤੰਗਾ। ਉਹ ਉੱਚਾ ਜਿਹਾ ਟਿੱਬਾ ਹੈ। ਉਸ ਉੱਚੇ ਟਿੱਬੇ ਤੇ ਕੁਝ ਬੰਦੇ ਇਕੱਠੇ ਹੋ ਕੇ ਬੈਠੇ ਸਾਨੂੰ ਦਿਸ ਰਹੇ ਨੇ, ਦੂਰੋਂ ਨਜ਼ਰ ਆ ਰਹੇ ਨੇ। ਉਸ ਉੱਚੇ ਟਿੱਬੇ ਦੇ ਉੱਤੇ ਕੁਝ ਬੰਦੇ ਇਕੱਠੇ ਹੋ ਕੇ ਬੈਠੇ ਹਨ। ਦੂਰਬੀਨ ਪੁਨ ਲਾਏ ਨਿਹਾਰੇ। ਵੇਖੋ ਖਾਂ ਭਲਾ ਕੌਣ ਹੈ। ਉਸ ਵੇਲੇ ਸੂਬਾ ਲਾਹੌਰ ਤੇ ਸੂਬੇ ਸਰਹੰਦ ਦੀ ਗੱਲ ਮੰਨ ਕੇ ਇਹਨਾਂ ਨੇ ਦੂਰਬੀਨ ਲਾ ਕੇ ਜਦੋਂ ਵੇਖਿਆ ਤੁਰਕਨ ਬਾਕ ਉਚਾਰਾ। ਉਸ ਵੇਲੇ ਤੁਰਕ ਬੋਲੇ ਕਹਿਣ ਲੱਗੇ ਇਹ ਕੋ ਹੈ ਥਿਰਿਓ ਮੰਚ ਉੱਪਰ। ਇਹ ਬੋਲੇ ਕਹਿਣ ਲੱਗੇ ਵੀ ਕੋਈ ਪਲੰਗੇ ਦੇ ਉੱਤੇ ਬੈਠਾ ਹੈ। ਨੇੜੇ ਉਹਨਾਂ ਦੇ ਸਿੰਘ ਬੈਠੇ ਨੇ। ਆ ਜਿਹੜਾ ਸਾਹਮਣੇ ਉੱਚੇ ਟਿੱਬੇ ਦੇ ਉੱਤੇ ਪਲੰਗੇ ਦੇ ਉੱਤੇ ਬੈਠਾ ਇਹ ਕੌਣ ਹੈ? ਢਿਗ ਲਗ ਸਭਾ ਉਦਾਰਾ। ਨੇੜੇ ਉਹਨਾਂ ਦੀ ਸਭਾ ਲੱਗੀ ਹੋਈ ਹੈ, ਉਹਨਾਂ ਦਾ ਦੀਵਾਨ ਲੱਗਾ ਹੋਇਆ ਹੈ ਔਰ ਪਲੰਗੇ ਦੇ ਉੱਤੇ ਕੋਈ ਬੈਠਾ ਹੋਇਆ ਹੈ। ਬਾਰੰਬਾਰ ਚਮਰ ਕੋ ਢੋਰਤ। ਔਰ ਉਹਦੇ ਸਿਰ ਤੇ ਚਬਰ ਝੁੱਲ ਰਿਹਾ। ਉਹਨਾਂ ਦੇ ਸੀਸ ਦੇ ਪਿੱਛੇ ਚਬਰ ਬਰਦਾਰ ਖੜਾ ਹੈ ਔਰ ਉਹ ਬਾਰ-ਬਾਰ ਉਹਨਾਂ ਦੇ ਸੀਸ ਤੇ ਚਬਰ ਝੁਲਾ ਰਿਹਾ ਹੈ। ਸੂਰਜ ਮੁਖੀ ਅਗਾਰੀ। ਔਰ ਨਾਲ ਇੱਕ ਪਾਸੇ ਸੂਰਜਮੁਖੀ ਚਮਕ ਰਹੀ ਹੈ। ਸੂਰਜਮੁਖੀ ਬਾਦਸ਼ਾਹੀ ਚਿੰਨ੍ਹ ਹੁੰਦਾ ਹੈ। ਕਹਿੰਦੇ ਉਹਨਾਂ ਦੇ ਅੱਗੇ ਸੂਰਜਮੁਖੀ ਵੀ ਚਮਕ ਰਹੀ ਹੈ। ਜ਼ੇਵਰ ਜਰੇ ਜਵਾਹਰ ਜ਼ਾਹਰ। ਔਰ ਉਹਦੇ ਵਿੱਚ ਵੀ ਕੀਮਤੀ ਜ਼ੇਵਰ ਤੇ ਜ਼ਵਾਰਾਤ ਜੜੇ ਹੋਏ ਨੇ। ਜਗਮਗ ਜਗਮਗ ਕਾਰੀ। ਔਰ ਉਹ ਸੂਰਜਮੁਖੀ ਜਗਮਗ ਜਗਮਗ ਕਰ ਰਹੀ ਹੈ। ਉਹਦੇ ਵਿੱਚ ਜੜੇ ਹੋਏ ਜਿਹੜੇ ਜਵਾਹਰਾਤ ਨੇ ਉਹ ਜਗਮਗ ਜਗਮਗ ਕਰ ਰਹੇ ਨੇ। ਸੀਸ ਪਾਗ ਪਰ ਜਿਗਾ ਮਨੋਹਰ। ਔਰ ਉਹ ਜਿਹੜਾ ਪਲੰਗੇ ਤੇ ਬੈਠਾ ਹੈ ਉਹਦੇ ਸੀਸ ਦੇ ਉੱਤੇ ਵੱਡੀ ਸੁੰਦਰ ਦਸਤਾਰ ਹੈ ਔਰ ਉਸ ਪੱਗ ਦੇ ਉੱਤੇ ਉਹਨਾਂ ਨੇ ਜਗਾ ਲਾਈ ਹੋਈ ਹੈ। ਕਲਗੀ ਝੁਲਤੇ ਉਤੰਗੰ। ਔਰ ਉੱਪਰ ਕਲਗੀ ਲੱਗੀ ਹੋਈ ਹੈ। ਕਲਗੀ ਉੱਚੀ ਹੋ ਕੇ ਸੋਭ ਰਹੀ ਹੈ। ਤਨੁਖ ਤਰੇ ਦਵੈ ਤਰਕਸ਼ ਆਗੇ। ਨਾਲ ਹੀ ਉਹਨਾਂ ਦੇ ਧਨਖ ਪਿਆ ਹੋਇਆ ਤੇ ਦੋ ਪੱਥੇ ਤੀਰਾਂ ਦੇ ਭਰੇ ਹੋਏ ਉਹਨਾਂ ਦੇ ਕੋਲ ਹਨ। ਪੂਰਨ ਸੰਗ ਖਤੰਗੰ।
ਔਰ ਤੀਰ ਵੀ ਜਿਹੜੇ ਨੇ ਉਹ 4 ਉਂਗਲ ਚੌੜੇ ਖੱਪਰੇ ਤੀਰ ਨੇ, ਜਿਹੜੇ ਪੱਥਿਆਂ ਵਿੱਚ ਪਏ ਉਹਨਾਂ ਦੇ ਸਾਹਮਣੇ ਪਏ ਹੋਏ ਨੇ। ਖੜਗ ਗਾਤਰੇ ਥਿਰਿਓ ਪ੍ਰਕਾਸ਼ਤ, ਔਰ ਗਾਤਰੇ ਦੇ ਵਿੱਚ ਉਹਨਾਂ ਨੇ ਤੇਗ ਪਾਈ ਹੋਈ ਹੈ, ਮਹਿਦ ਮਜਾਜ ਉਚੇਰੇ। ਔਰ ਬੜਾ ਉੱਚਾ ਮਿਜਾਜ ਹੈ ਉਹਨਾਂ ਦਾ, ਬੜੀ ਮਜਾਜ ਉੱਚੀ ਅਵਸਥਾ ਵਿੱਚ ਬੈਠੇ ਹਨ, ਬੜੀ ਆਨ ਬਾਨ ਹੈ ਉਹਨਾਂ ਦੀ। ਸ਼ਾਹਨ ਸ਼ਾਹੋ ਮਨਹੋ ਕੋ ਬੈਠਿਓ, ਏਦਾਂ ਜਾਪਦਾ, ਤੁਰਕ ਕਹਿ ਰਹੇ ਨੇ, ਕਹਿੰਦੇ ਜੀ ਉਹ ਪਲੰਗੇ ਤੇ ਜਿਹੜਾ ਬੈਠਾ ਏਦਾਂ ਜਾਪਦਾ ਜਿਵੇਂ ਕੋਈ ਸ਼ਾਹਾਂ ਦਾ ਸ਼ਾਹ ਬੈਠਾ ਹੋਵੇ, ਸ਼ਾਹਨਸ਼ਾਹੀ ਪ੍ਰਤੀਤ ਹੁੰਦਾ ਹੈ। ਬੰਦਹ ਚਰਨ ਕਨੇਰੇ, ਔਰ ਲਾਗੇ ਜਿਹੜੇ ਉਹਨਾਂ ਦੇ ਲੋਕ ਨੇ ਉਹ ਉਹਨਾਂ ਦੇ ਪੈਰਾਂ ਤੇ ਬੜੇ ਪਿਆਰ ਨਾਲ ਉਹਨਾਂ ਨੂੰ ਬੰਦਨਾ ਕਰ ਰਹੇ ਨੇ, ਉਹਨਾਂ ਦੇ ਪੈਰਾਂ ਉੱਤੇ ਬੜੇ ਅਦਬ ਨਾਲ ਉਹਨਾਂ ਨੂੰ ਮੱਥਾ ਟੇਕ ਰਹੇ ਨੇ। ਸਿੰਘ ਸੈਂਕੜੇ ਸੰਗ ਅਲਬਾਲਤ, ਔਰ ਆਲੇ ਦੁਆਲੇ ਸੈਂਕੜੇ ਸਿੰਘ ਉਹਨਾਂ ਦੇ ਨਜ਼ਰ ਆ ਰਹੇ ਹਨ। ਸਭਾ ਵਿਸਾਲ ਲਗਾਈ, ਬੜੀ ਵੱਡੀ ਭਾਰੀ ਸਭਾ ਉਹਨਾਂ ਦੇ ਚਾਰੇ ਪਾਸੇ ਲੱਗੀ ਹੋਈ ਹੈ। ਸਨਦ ਬੱਦ ਸਭ ਸੇਲੇ ਸਾਂਗਨ, ਔਰ ਜਿੰਨੀ ਸਭਾ ਵਿੱਚ ਯੋਧੇ ਬੈਠੇ ਨੇ, ਸਿੰਘ ਬੈਠੇ ਨੇ, ਉਹ ਸਾਰੇ ਸਨਦਬੱਧ ਨੇ। ਉਹਨਾਂ ਸਾਰਿਆਂ ਕੋਲ ਬਰਛੀਆਂ, ਬਰਛੇ, ਨੇਜੇ, ਤਲਵਾਰਾਂ ਹਨ। ਖੜਗ ਤੁਪਕ ਸਮੁਦਾਈ, ਬੰਦੂਕਾਂ ਵੀ ਉਹਨਾਂ ਦੇ ਹੱਥਾਂ ਵਿੱਚ ਨੇ, ਵਧੀਆ ਤਲਵਾਰਾਂ ਉਹਨਾਂ ਦੇ ਹੱਥਾਂ ਵਿੱਚ ਚਮਕਦੀਆਂ ਦਿਸਦੀਆਂ ਹਨ। ਗੁਰ ਕੋ ਜਥੇਦਾਰ ਹੈ ਕੋਈ, ਕਹਿੰਦੇ ਏਦਾਂ ਜਾਪਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕੋਈ ਜਥੇਦਾਰ ਹੈ ਜਿਹੜਾ ਉਹ ਬੈਠਾ ਹੈ, ਉਹਨਾਂ ਦੀ ਫੌਜ ਦਾ ਕੋਈ ਜਥੇਦਾਰ ਬੈਠਾ ਜਾਪਦਾ ਹੈ। ਕਿਦੋਂ ਪੁੱਤਰ ਤਿਨ ਕੇਰਾ, ਜਾਂ ਇਹ ਵੀ ਹੋ ਸਕਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤਰ ਬੈਠਾ ਹੋਵੇ, ਕਿਉਂਕਿ ਉਹਨਾਂ ਤੁਰਾਂ ਨੂੰ ਨਹੀਂ ਸੀ ਨਾ ਪਤਾ ਵੀ ਇਹ ਕਲਗੀਧਰ ਜੀ ਨੇ। ਦੂਰਬੀਨ ਨਾਲ ਵੇਖ ਕੇ ਕਹਿ ਰਹੇ ਨੇ, ਕਹਿੰਦੇ ਲੱਗਦਾ ਵੀ ਕਿਉਂਕਿ ਉਹਨਾਂ ਦੇ ਮਨ 'ਚ ਤਾਂ ਇਹ ਆਈ ਨਹੀਂ ਵੀ ਗੁਰੂ ਆਪ ਵੀ ਹੋ ਸਕਦੇ ਨੇ ਇੱਥੇ। ਇੱਥੇ ਬਿਲਕੁਲ ਰੜੇ ਮੈਦਾਨ ਵਿੱਚ ਤੇ ਸਾਡੇ ਸਾਹਮਣੇ ਬੈਠੇ ਨੇ, ਤੋਪਾਂ ਬੀੜੀ ਅਸੀਂ ਬੈਠੇ ਆ ਸਾਹਮਣੇ, ਉਹਨਾਂ ਨੂੰ ਡਰ ਹੀ ਨਹੀਂ। ਕਹਿੰਦੇ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕੋਈ ਜਥੇਦਾਰ ਬੈਠਾ ਹੈ, ਤੇ ਜਾਂ ਫਿਰ ਹੋ ਸਕਦਾ ਵੀ ਉਹਨਾਂ ਦਾ ਪੁੱਤਰ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਆਪ ਕਿਦੋਂ ਇਹ, ਪਰ ਭੁਲੇਖਾ ਇਹ ਵੀ ਪੈਂਦਾ ਵੀ ਕਿਤੇ ਹੋ ਸਕਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਹੀ ਹੋਣ, ਆਪ ਹੀ ਬੈਠੇ ਹੋਣ। ਦਿਪ ਹੈ ਪ੍ਰਤਾਪ ਉਚੇਰਾ, ਕਿਉਂਕਿ ਚਿਹਰੇ ਤੇ ਬੜਾ ਪ੍ਰਤਾਪ ਹੈ, ਚਿਹਰੇ ਤੇ ਬੜੀ ਲਾਲੀ ਹੈ। ਤੇ ਅਸੀਂ ਸਿੱਖਾਂ ਦੀ ਜ਼ੁਬਾਨੀ ਸੁਣਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਚਿਹਰਾ ਚਮਕਦਾ ਹੈ, ਉਹਨਾਂ ਦੇ ਚਿਹਰੇ ਤੇ ਲਾਲੀ ਹੈ। ਉਹਦੇ ਤੋਂ ਪਤਾ ਲੱਗਦਾ ਵੀ ਹੋ ਸਕਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਹੀ ਬੈਠੇ ਹੋਣ। ਭੋ ਅਚਲੇਂਦਰ ਚਿਨਾਰੀ ਕਰਿਓ, ਇਹ ਪਹਾੜੀ ਰਾਜਿਓ, ਤੁਸੀਂ ਤਾਂ ਗੁਰੂ ਜੀ ਕੋਲ ਅਕਸਰ ਜਾਂਦੇ ਆਉਂਦੇ ਰਹਿੰਦੇ ਹੋ, ਤੁਸੀਂ ਪਹਿਚਾਣ ਕਰੋ। ਨੀਕੇ ਮੋਹੇ ਬਤਾਵੋ, ਔਰ ਮੈਨੂੰ ਦੱਸੋ ਕੌਣ ਹਨ ਇਹ ਜਿਹੜੇ ਸਾਹਮਣੇ ਪਲੰਗੇ ਤੇ ਬੈਠੇ ਨੇ ਕਲਗੀ ਜਗ੍ਹਾ ਦੇ ਸਹਿਤ, ਇਹ ਕੌਣ ਹਨ ਤੁਸੀਂ ਮੈਨੂੰ ਦੱਸੋ। ਕੌਣ ਹੈ ਇਤ ਸਨਮੁਖ ਬੈਠਿਓ, ਇਹ ਕੌਣ ਹੈ ਜਿਹੜਾ ਸਾਡੇ ਸਨਮੁਖ ਸਾਡੇ ਸਾਹਮਣੇ ਆ ਕੇ ਨਿਡਰ ਹੋ ਕੇ ਬੈਠਾ ਹੈ। ਸਕਲ ਭੇਦ ਸਮਝਾਵੋ, ਮੈਨੂੰ ਇਹਨਾਂ ਦਾ ਸਾਰਾ ਭੇਤ, ਇਹਨਾਂ ਦੀ ਸਾਰੀ ਗੱਲ ਕਹਿ ਕੇ ਸਮਝਾਓ। ਭੀਮ ਚੰਦ ਸੁਨ ਕਹਿ ਕਰ ਬੰਦੇ, ਰਾਜੇ ਭੀਮ ਚੰਦ ਨੇ ਸੁਣ ਕੇ ਹੱਥ ਜੋੜੇ, ਭਲੇ ਪਛਾਨ ਬਖਾਨਾ। ਇਹਨੇ ਦੂਰਬੀਨ ਲੈ ਕੇ ਨਿਗਾਹ ਮਾਰ ਕੇ ਵੇਖਿਆ, ਜਦੋਂ ਵੇਖਿਆ ਤੇ ਇਹਨੇ ਕਲਗੀਧਰ ਜੀ ਨੂੰ ਪਛਾਣਿਆ ਵੀ ਇਹ ਤਾਂ ਖੁਦ ਆਪ ਦਸਮ ਪਾਤਸ਼ਾਹ ਗੁਰੂ ਕਲਗੀਧਰ ਜੀ ਬੈਠੇ ਹਨ। ਇਹੀ ਗੋਬਿੰਦ ਸਿੰਘ ਕਲ ਹੈ ਮੂਲ ਸਭ, ਬੋਲਿਆ, ਕਹਿੰਦਾ ਜੀ ਇਹੀ ਨੇ ਗੋਬਿੰਦ ਸਿੰਘ ਸਾਰੀ ਲੜਾਈ ਦੀ ਜੜ। ਭੀਮ ਚੰਦ ਕਹਿੰਦਾ ਇਹੀ ਨੇ ਗੋਬਿੰਦ ਸਿੰਘ ਜੀ, ਇਹੀ ਨੇ ਸਾਰੀ ਇਸ ਲੜਾਈ ਦੀ ਜੜ ਹਨ। ਕੀਲੇ ਜੰਗ ਮਹਾਨਾ, ਇਹਨਾਂ ਨੇ ਵੱਡੇ ਵੱਡੇ ਜੰਗ ਲੜੇ ਨੇ ਹੁਣ ਤਾਈਂ, ਜਹ ਕਹਿ ਲਰਿਓ ਬਿਜ ਕਿਉ ਪ੍ਰਾਪਤ। ਜਿੱਥੇ ਕਿੱਥੇ ਵੀ ਲੜੇ ਨੇ ਇਹਨਾਂ ਦੀ ਜਿੱਤ ਹੋਈ, ਅਸੀਂ ਇਹਨਾਂ ਨੂੰ ਹਰਾ ਨਹੀਂ ਸਕੇ ਅੱਜ ਤਾਈਂ। ਜਿੱਥੇ ਵੀ ਲੜੇ ਨੇ ਇਹਨਾਂ ਦੀ ਜਿੱਤ ਹੋਈ ਹੈ। ਮਨ ਹੋ ਵਸਤ ਇਸ ਕੇਰੀ, ਜਾਪਦਾ ਵੀ ਜਿੱਤ ਇਹਨਾਂ ਦੇ ਘਰ ਦੀ ਵਸਤੂ ਹੈ। ਭੀਮ ਚੰਦ ਕਹਿੰਦਾ ਵੀ ਜਿਹੜੀ ਜਿੱਤ ਹੈ ਉਹ ਇਹਨਾਂ ਦੇ ਘਰ ਦੀ ਵਸਤੂ ਹੈ, ਜਦੋਂ ਚਾਹੇ ਮਰਜ਼ੀ ਪ੍ਰਾਪਤ ਕਰ ਲੈਂਦੇ ਨੇ, ਜਿੱਥੇ ਜਾ ਕੇ ਮਰਜ਼ੀ ਪ੍ਰਾਪਤ ਕਰ ਲੈਂਦੇ ਨੇ। ਜਿੱਥੇ ਵੀ ਲੜਦੇ ਨੇ ਜਿੱਤਦੇ ਨੇ, ਲੱਗਦਾ ਜਿੱਤ ਇਹਨਾਂ ਦੀ ਆਪਣੇ ਘਰ ਦੀ ਵਸਤੂ ਹੈ। ਕਬ ਹੋ ਸ਼ਤਰ ਕੋ ਦੀਨਸ ਨਾਹਿਨ, ਔਰ ਉਹ ਜਿੱਤ ਕਦੇ ਇਹਨਾਂ ਨੇ ਆਪਣੇ ਦੁਸ਼ਮਣ ਨੂੰ ਨਹੀਂ ਦਿੱਤੀ। ਭੀਮ ਚੰਦ ਕਹਿੰਦਾ
ਕਿਉਂਕਿ ਜੇਤੇ ਤਾਂ ਆਪਣੇ ਘਰ ਦੀ ਚੀਜ਼ ਬਣਾਈ ਬੈਠੇ ਨੇ ਜਿੱਤ ਨੂੰ, ਔਰ ਕਦੇ ਆਪਣੇ ਦੁਸ਼ਮਣ ਨੂੰ ਨਹੀਂ ਇਹਨਾਂ ਨੇ ਦਿੱਤੀ, ਉਸ ਜਿੱਤ ਨੂੰ ਪ੍ਰਦਾਨ ਨਹੀਂ ਕੀਤਾ। ਸੈਲਨ ਚਮੂਲ ਨਿਬੇਰੀ ਸਾਡੇ ਪਹਾੜਾਂ ਦੀਆਂ ਪਤਾ ਨਹੀਂ ਕਿੰਨੀਆਂ ਕੁ ਫੌਜਾਂ ਹਾਂ, ਉਹ ਇਹਨਾਂ ਨੇ ਮਾਰ ਕੇ ਨਿਬੇੜ ਦਿੱਤੀਆਂ ਨੇ। ਆਦ ਕੇਸਰੀ ਚੰਦ ਸੰਘਾਰੇ ਸਾਡਾ ਵੱਡਾ ਰਾਜਾ, ਮੈਨੂੰ ਨਹੀਂ ਭੁੱਲਦਾ, ਰਾਜਾ ਕੇਸਰੀ ਚੰਦ, ਉਹਦਾ ਤਾਂ ਸਾਨੂੰ ਸਿਰ ਵੀ ਨਹੀਂ ਲੱਭਿਆ, ਪਤਾ ਨਹੀਂ ਵੱਢ ਕੇ ਕਿੱਥੇ ਲੈ ਗਏ ਨੇਜੇ ਤੇ ਟੰਗ ਕੇ। ਧਨ ਵਿਦਿਆ ਮੈਂ ਭਾਰੀ ਇਹ ਤਨਖ ਵਿਦਿਆ ਵਿੱਚ ਬੜੇ ਭਾਰੀ ਨੇ ਗੁਰੂ ਜੀ। ਤੁਸੀਂ ਵੇਖਿਆ ਨਾ ਕੱਲ ਕਿਵੇਂ ਤੀਰ ਚਲਾਉਂਦੇ ਸੀ, ਇੱਕ ਤੀਰ 10-10 ਜਣਿਆਂ ਨੂੰ ਜ਼ਮੀਨ ਤੇ ਸੁੱਟ ਦਿੰਦਾ। ਇਹਨਾਂ ਵਰਗਾ ਕੋਈ ਤਨਖ ਚਲਾਉਣ ਵਾਲਾ ਤਨਖ ਧਾਰੀ ਨਹੀਂ ਹੈ। ਪੈਂਡ ਖਾਨ ਵੱਡ ਤੀਰ ਮਦਾਜੰ ਹਾਲਾਂਕਿ ਪੈਂਡ ਖਾਨ ਵੱਡ ਤੀਰ ਮਦਾਜੰ, ਤੀਰ ਮਦਾਜੰ ਕਹਿੰਦੇ ਜਿਹੜਾ ਵੱਡਾ ਤੀਰ ਅੰਦਾਜ਼ ਸੀ ਪੈਂਡੇ ਖਾਨ, ਉਹਨੂੰ ਵੀ ਇੱਕੋ ਤੀਰ ਨਾਲ ਮਾਰ ਕੇ ਇਹਨਾਂ ਨੇ ਗਰਕ ਕਰ ਦਿੱਤਾ। ਇੱਕ ਸਰ ਤੇ ਲਈ ਮਾਰੀ ਦੂਜਾ ਤੀਰ ਨਹੀਂ ਮੰਗਿਆ ਉਹਨੇ, ਇੱਕੋ ਤੀਰ ਨਾਲ ਮਾਰ ਕੇ ਉਹਨੂੰ ਜਿੱਤ ਲਿਆ। ਮਰੇ ਬਿਲੋਕ ਹੋ ਲਰੇ ਪਿਛਾਰੀ ਤੁਸੀਂ ਪਿੱਛੇ ਵੇਖਿਆ ਹੀ ਆ ਨਾ, ਕੱਲ ਵੇਖੋ ਕਿਵੇਂ ਮਰੇ ਨੇ, ਕਿਵੇਂ ਲੜੇ ਨੇ, ਤੀਰਨ ਸੰਗ ਪਰੋਏ ਕਿੰਨਿਆਂ ਕਾਨੂੰਨਾਂ ਨੇ ਤੀਰਾਂ ਦੇ ਨਾਲ ਪਰੋ ਦਿੱਤਾ ਹੈ, ਕਿੰਨਿਆਂ ਦੀਆਂ ਛਾਤੀਆਂ ਨੂੰ ਉਹਨਾਂ ਦਾ ਤੀਰ ਸੁੱਕਾ ਹੀ ਨਿਕਲ ਜਾਂਦਾ ਚੀਰਦਾ ਹੋਇਆ। ਪਰ ਹੈ ਪਾਰ ਨਹਿ ਥਿਰ ਹੈ ਦੇਹ ਮਹਿ ਔਰ ਕਹਿੰਦੇ ਉਹਨਾਂ ਵੱਲੋਂ ਚਲਾਇਆ ਤੀਰ ਜਿਸ ਨੂੰ ਵੀ ਵੱਜਦਾ ਉਹਦੇ ਸਰੀਰ ਚੋਂ ਪਾਰ ਨਿਕਲ ਜਾਂਦਾ, ਸਰੀਰ ਦੇ ਵਿੱਚ ਨਹੀਂ ਰਹਿੰਦਾ, ਉਹਦੇ ਸਰੀਰ ਨੂੰ ਚੀਰ ਕੇ ਪਾਰ ਨਿਕਲ ਜਾਂਦਾ ਜਿਹਨੂੰ ਵੀ ਉਹਨਾਂ ਦਾ ਤੀਰ ਵੱਜਦਾ ਹੈ। ਬਿਸਮਤ ਹੋਇਆ ਹੈ ਜੋਏ ਔਰ ਹੈਰਾਨੀ ਨਾਲ ਅਸੀਂ ਕੱਲ ਵੀ ਵੇਖਿਆ, ਅਸੀਂ ਪਹਿਲਾਂ ਵੀ ਵੇਖਦੇ ਰਹੇ ਹਾਂ। ਪਾਛੇ ਪਾਵਨ ਘਾਲਿਓ ਕਬਹੂ ਗੁਰੂ ਇਹੋ ਜਿਹਾ ਸੂਰਮਾ ਹੈ ਨਵਾਬ ਸਾਹਿਬ ਕਿ ਜੰਗ ਦੇ ਮੈਦਾਨ ਵਿੱਚ ਜਦੋਂ ਲੜਦੇ ਨੇ ਉਦੋਂ ਕਦੇ ਆਪਣਾ ਪੈਰ ਪਿੱਛੇ ਨਹੀਂ ਹਟਾਉਂਦੇ, ਮੂਹਰੇ ਵੱਧ ਕੇ ਅੱਗੇ ਹੋ ਕੇ ਲੜਦੇ ਹਨ। ਬਲ ਕਰ ਕਰ ਪਚਹਾਰੇ ਅਸੀਂ ਬਥੇਰਾ ਬਲ ਲਾ ਲਾ ਕੇ ਹਾਰ ਗਏ ਆ, ਪਰ ਸਾਡਾ ਬਲ ਗੁਰੂ ਜੀ ਨੇ ਕਦੇ ਚੱਲਣ ਨਹੀਂ ਦਿੱਤਾ। ਦਲ ਸਕੇਲ ਬਹੁ ਕਰੀ ਸੂਰਤਾ ਅਸੀਂ ਬੜੇ ਬੜੇ ਵੱਡੇ ਦਲ ਫੌਜਾਂ ਦੇ ਇਕੱਠੇ ਕਰਕੇ 3-3 ਲੱਖ ਫੌਜ ਇਕੱਠੀ ਕਰਕੇ ਇਹਨਾਂ ਤੇ ਹਮਲਾ ਕੀਤਾ ਹੈ, ਡਰਿਓ ਨ ਕਿ ਮਹੀ ਟਾਰੇ ਪਰ ਇਹ ਸਾਡੇ ਕੋਲੋਂ ਟਾਲੇ ਨਹੀਂ ਜਾ ਸਕੇ, ਇਹ ਸਾਡੇ ਕੋਲੋਂ ਨਹੀਂ ਹਾਰੇ। ਪ੍ਰਥਮ ਕਥਾ ਮੈਂ ਸੁਣੀ ਕ੍ਰਿਸ਼ਨ ਜੀ ਕਹਿੰਦਾ ਮੈਂ ਸੁਣਿਆ ਵੀ ਦੁਆਪਰ ਯੁੱਗ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਹੋਏ ਨੇ, ਭਇਓ ਸੋ ਅਤਿ ਰਥ ਜੋਦਾ ਉਹ ਬੜੇ ਵੱਡੇ ਅਤੀ ਰਥੀ ਯੋਧੇ ਸਨ, ਸੂਰਮੇ ਸਨ। ਹੋਰੇ ਘਨੇ ਛਤਰ ਨਹਿ ਗਿਨ ਤੋ ਉਹ ਨਹੀਂ ਸੀ ਗਿਣਦੇ ਕਿ ਸਾਹਮਣੇ ਜੰਗ ਦੇ ਮੈਦਾਨ 'ਚ ਦੁਸ਼ਮਣ ਥੋੜੇ ਨੇ ਜਾਂ ਬਹੁਤੇ ਹਨ, ਲੜ ਮਾਰਹਿ ਧਰ ਕ੍ਰੋਧਾ ਔਰ ਬੜਾ ਭਾਰੀ ਕ੍ਰੋਧ ਧਾਰਨ ਕਰਕੇ ਉਹ ਲੜ ਕੇ ਦੁਸ਼ਮਣਾਂ ਨੂੰ ਮਾਰਦੇ ਸਨ। ਰਾਮਚੰਦ ਅਤਿ ਰਥੀ ਭਏ ਹੈ ਫਿਰ ਸੁਣਿਆ ਵੀ ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮਚੰਦਰ ਜੀ ਆਤਰਥੀ ਹੋਏ ਨੇ, ਸੋ ਸੁਨ ਬੇ ਮਹਿ ਆਏ ਉਹ ਸੁਣਨ ਵਿੱਚ ਆਏ ਹਨ ਕਿ ਉਹ ਬੜੇ ਸੂਰਮੇ ਸਨ, ਯੋਧੇ ਸਨ। ਬਿਨ ਸਮ ਪਿਖਿਓ ਬਿਲੋਚਨ ਤੇ ਇਹ ਉਹ ਵੀ ਬਹੁਤੇ ਥੋੜਿਆਂ ਦੀ ਗਿਣਤੀ ਨਹੀਂ ਸੀ ਕਰਦੇ। ਕਹਿੰਦਾ ਵੀ ਹੁਣ ਆ ਕਲਯੁਗ ਦੇ ਸਮੇਂ ਵਿੱਚ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਿਸਦੇ ਤੇ ਸੁਣਾਈ ਦਿੰਦੇ ਨੇ, ਇਹਨਾਂ ਵਰਗਾ ਅਤਰਥੀ ਸੂਰਮਾ ਕੋਈ ਨਹੀਂ ਦਿਸਦਾ ਇਸ ਸਮੇਂ ਵਿੱਚ। ਹਨੈ ਲਰਤ ਸਮੁਦਾਏ ਔਰ ਜਦੋਂ ਲੜਦੇ ਨੇ ਜਿਹੜਾ ਆ ਕੇ ਸਾਹਮਣੇ ਖਲੋ ਕੇ ਲੜਦਾ ਸਭ ਨੂੰ ਮਾਰ ਮੁਕਾਉਂਦੇ ਹਨ। ਤੁਮ ਸਮਰੱਥ ਹੋ ਜਗ ਕੇ ਮਾਲਿਕ ਕਹਿਣ ਲੱਗੇ ਨਵਾਬ ਸਾਹਿਬ ਤੁਸੀਂ ਸਮਰੱਥ ਹੋ, ਇਸ ਵੇਲੇ ਸਾਰੇ ਹਿੰਦੁਸਤਾਨ ਦੇ ਮਾਲਕ ਹੋ, ਕਹ ਹੋ ਕੇ ਮਾਰਨ ਕੀਜੈ ਹੁਣ ਇਹ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਗੁਰੂ ਜੀ ਨੂੰ ਪਕੜਨਾ ਹੈ ਕਿ ਮਾਰਨਾ ਹੈ। ਗਿਰ ਰਾਜੇ ਦਲ ਪ੍ਰਜਾ ਸਹਿਤ ਸਭ ਨੇ ਪਹਾੜੀ ਰਾਜੇ ਹਾਂ, ਆਪਣੀ ਪ੍ਰਜਾ ਦੇ ਸਹਿਤ ਆਪਣੀ ਸੈਨਾ ਦੇ ਸਮੇਤ ਹਾਰ ਪਰੇ ਲਖ ਲੀਜੈ ਅਸੀਂ ਤਾਂ ਹਾਰ ਗਏ ਆ, ਸਾਡੀ ਤਾਂ ਨਹੀਂ ਪੇਸ਼ ਜਾਂਦੀ। ਤੁਸੀਂ ਸਾਰੇ ਹਿੰਦੁਸਤਾਨ ਦੇ ਮਾਲਕ ਹੋ, ਹੁਣ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਗੁਰੂ ਜੀ ਨੂੰ ਫੜਦੇ ਹੋ ਕਿ ਮਾਰਦੇ ਹੋ। ਹੋਏ ਲਾਚਾਰ ਹਮ ਹਜ਼ਰਤ ਕੇ ਢਿਗ ਸਾਡੇ ਤਾਂ ਹੱਥ ਖੜੇ ਹੋ ਗਏ ਨੇ, ਅਸੀਂ ਤਾਂ ਅਖੀਰ ਨੂੰ ਲਾਚਾਰ ਹੋ ਕੇ ਔਰੰਗਜ਼ੇਬ ਬਾਦਸ਼ਾਹ ਕੋਲ ਜਾ ਕੇ ਪੁਕਾਰ ਕੀਤੀ ਹੈ। ਪਹੁੰਚੇ ਦੱਖਣ ਜਾਈ ਔਰ ਦੱਖਣ ਦਿਸ਼ਾ ਵਿੱਚ ਪਹੁੰਚ ਕੇ ਉਹਦੇ ਚਰਨਾਂ 'ਚ ਘਿਆਏ ਹਾਂ। ਤੁਮ ਸਮੇਤ ਲਸ਼ਕਰ ਬਹੁ ਆਨਿਓ ਔਰ ਤੁਹਾਡੇ ਸਮੇਤ ਅਸੀਂ ਆਪਣੀ ਮਦਦ ਲਈ ਤੁਹਾਡਾ ਇਹ ਲਸ਼ਕਰ ਲੈ ਕੇ ਆਏ ਹਾਂ।
ਦੁਐ ਕਰ ਚੂਕੇ ਲੜਾਈ। ਅਸੀਂ ਜੇ ਲੜਾਈ ਕੀਤੀ ਹੈ ਪਹਿਲਾਂ ਕਈ ਵਾਰ ਤੇ 2 ਹੱਲੇ ਤੁਸੀਂ ਵੀ ਲਾ ਲਏ ਨੇ। ਪਰਸੋਂ ਦਾ ਤੇ ਕੱਲ ਦੇ 2 ਜੰਗ ਤੁਸੀਂ ਵੀ ਲੜ ਕੇ ਵੇਖ ਲਏ ਨੇ। ਇਮ ਸੁਨ ਕੈ ਬਲ ਸਤਿਗੁਰ ਕੇਰਾ। ਜਦੋਂ ਰਾਜੇ ਭੀਮ ਚੰਦ ਨੇ ਗੁਰੂ ਪਾਤਸ਼ਾਹ ਦਾ ਬਲ ਵਰਣਨ ਕੀਤਾ, ਇਹਨੂੰ ਕਹਿੰਦੇ ਆ ਸੂਰਮਤਾਈ ਕਿ ਦੁਸ਼ਮਣ ਵੀ ਮੂੰਹ ਤੋਂ ਆਖੇ ਹਾਂ ਇਹ ਸੂਰਮੇ ਨੇ। ਜਦੋਂ ਰਾਜੇ ਭੀਮ ਚੰਦ ਨੇ ਸਤਿਗੁਰਾਂ ਦਾ ਬਲ ਵਰਣਨ ਕਰਕੇ ਸੁਣਾਇਆ, ਸੂਬੇ ਕ੍ਰੁੱਧਤ ਦੋਈ। ਦੋਵੇਂ ਸੂਬੇਦਾਰ ਬੜੇ ਗੁੱਸੇ ਵਿੱਚ ਨੇ, ਕ੍ਰੋਧ ਵਿੱਚ ਹਨ। ਦੇਖ ਨ੍ਰਿਪਤ ਤੁਝ ਆਗੇ ਅਬ ਹਮ। ਕਹਿਣ ਲੱਗਾ, ਉਹ ਰਾਜਾ ਭੀਮ ਚੰਦ ਸਾਡੇ ਸਾਹਮਣੇ ਤੂੰ ਸਾਡੇ ਦੁਸ਼ਮਣ ਦੀ ਸੋਭਾ ਕਰਦਾ। ਵੇਖ ਹੁਣ ਤੇਰੀਆਂ ਅੱਖਾਂ ਦੇ ਸਾਹਮਣੇ ਗਹਿ ਕੇ ਮਾਰੈ ਸੋਈ। ਅਸੀਂ ਗੁਰੂ ਜੀ ਨੂੰ ਜਾਂ ਪਕੜਾਂਗੇ ਜਾਂ ਮਾਰ ਕੇ ਮੁਕਾ ਦੇਾਂਗੇ। ਦੋਹਰਾ ਅਵਲੋਕੈ ਦ੍ਰਿਗ ਕ੍ਰੋਧ ਤੇ ਜ਼ਬਰਦਸਤ ਕਹਿ ਬਾਤ। ਸੂਬਾ ਲਾਹੌਰ ਜ਼ਬਰਦਸਤ ਖਾਂ ਬੜੇ ਗੁੱਸੇ ਨਾਲ ਵੇਖਦਾ ਔਰ ਗੁੱਸੇ ਵਿੱਚ ਆਇਆ ਹੋਇਆ ਬੋਲਦਾ। ਸੁਨ ਬਜੀਦ ਖਾਂ ਅਬ ਇਹਾਂ ਬੈਠੇ ਕਰੀਏ ਹੈ ਘਾਤ। ਕਹਿੰਦਾ ਵਜ਼ੀਰ ਖਾਨ ਗੁਰੂ ਜੀ ਜਿੱਥੇ ਇਸ ਵੇਲੇ ਬੈਠੇ ਨੇ ਇੱਥੇ ਬੈਠਿਆਂ ਬੈਠਿਆਂ ਨੂੰ ਹੀ ਮਾਰ ਦਈਏ ਆਪਾਂ। ਹੁਣ ਬੜਾ ਵਧੀਆ ਦਾ ਹੈ ਕਿ ਇਹਨਾਂ ਨੂੰ ਜਿੱਥੇ ਹੁਣ ਸਾਡੇ ਸਾਹਮਣੇ ਆ ਕੇ ਉੱਚੇ ਥਾਂ ਤੇ ਬੈਠੇ ਨੇ ਇਹਨਾਂ ਨੂੰ ਇੱਥੇ ਬੈਠਿਆਂ ਹੀ ਮਾਰ ਮੁਕਾਈਏ। ਲਲਿਤ ਪਦ ਛੰਦ ਅਲਪ ਵਿਸਾਲ ਤੋਪ ਗਨ ਅੰਨ ਹੋ। ਹੁਕਮ ਕੀਤਾ ਵੀ ਇੱਥੇ ਹੀ ਲੈ ਆਓ ਛੋਟੀਆਂ ਵੱਡੀਆਂ ਜਿੰਨੀਆਂ ਤੋਪਾਂ ਹਨ। ਇੱਕ ਬਾਰ ਦੇਹੋ ਛੋਰੀ। ਔਰ ਉਹ ਤੋਪਾਂ ਸਾਰੀਆਂ ਇਕੱਠੀਆਂ ਉਸ ਪਾਸੇ ਮੂੰਹ ਕਰਕੇ ਚਲਾ ਦਿਓ। ਸ਼ਿਸਤ ਲਗਾਏ ਹਤੋ ਮੈਂ ਆਪੇ। ਔਰ ਕਹਿੰਦਾ ਮੈਂ ਖੁਦ ਨਿਸ਼ਾਨਾ ਲਾ ਕੇ ਤੋਪਾਂ ਚਲਾਵਾਂਗਾ। ਤਜ ਗੋਰਾ ਗੁਰ ਓਰੀ। ਔਰ ਗੁਰੂ ਪਾਤਸ਼ਾਹ ਜੀ ਵੱਲ ਆਪਣੀਆਂ ਤੋਪਾਂ ਦੇ ਗੋਲੇ ਛੱਡਾਂਗਾ। ਹੁਕਮ ਦੀਨ ਤਤਕਾਲ ਮੰਗਾਈ। ਉਸੇ ਵੇਲੇ ਹੁਕਮ ਕਰਕੇ ਸਿਪਾਹੀਆਂ ਕੋਲੋਂ ਛੋਟੀਆਂ ਵੱਡੀਆਂ ਤੋਪਾਂ ਮੰਗਾ ਲਈਆਂ। ਲਸ਼ਕਰ ਮਾਹੇ ਜੋ ਠਾਂਡੀ। ਜਿਹੜੀਆਂ ਵੱਡੇ ਲਸ਼ਕਰ ਦੇ ਵਿੱਚ ਤੋਪਾਂ ਖੜੀਆਂ ਸਨ ਉਹ ਤੋਪਾਂ ਉੱਚੇ ਥਾਂ ਤੇ ਮੰਗਾ ਲਈਆਂ ਜਿੱਥੋਂ ਸਤਿਗੁਰੂ ਜੀ ਦਾ ਨਿਸ਼ਾਨਾ ਇਹ ਲਾਣ ਵਿੱਚ ਸੌਖਾ ਸਮਝਦੇ ਸਨ। ਸੁਭੱਟ ਹਜ਼ਾਰੋ ਮਿਲ ਕਰ ਜੋਰੀ। ਔਰ ਤੋਪਾਂ ਵੱਡੀਆਂ ਸੀ ਉਹ ਕਿਹੜਾ ਉੱਤੇ ਲੈ ਕੇ ਆਉਣੀਆਂ ਸੌਖੀਆਂ ਸਨ। ਕਈ ਸੂਰਮਿਆਂ ਨੇ ਰਲ ਕੇ ਤੋਪਾਂ ਜੋੜੀਆਂ। ਹੇਰਨ ਕੋ ਰੁਚ ਬਾਡੀ। ਔਰ ਸਾਰਿਆਂ ਦੇ ਮਨਾਂ ਵਿੱਚ ਵੇਖਣ ਦੀ ਰੁਚ ਵਧੀ ਹੈ ਕਿਉਂਕਿ ਵਜ਼ੀਰ ਖਾਨ ਆਪ ਤੋਪ ਦੇ ਗੋਲੇ ਦਾਗਣ ਲਈ ਤਿਆਰ ਹੋਇਆ ਹੈ। ਵੇਖਣਾ ਚਾਹੁੰਦੇ ਨੇ ਸਾਰੇ ਕਿ ਕਿਵੇਂ ਤੋਪਾਂ ਦੇ ਗੋਲੇ ਗੁਰੂ ਜੀ ਵੱਲ ਜਾਂਦੇ ਨੇ। ਬ੍ਰਿਖ ਬਤੁਰੰਗਨ ਐਂਚਨ ਕਰਕੇ। ਉਹ ਤੋਪਾਂ ਬਲਦਾਂ ਤੇ ਘੋੜਿਆਂ ਦੇ ਨਾਲ ਇਹਨਾਂ ਨੇ ਖਿੱਚੀਆਂ ਨੇ। ਅਰ ਮਾਨਵ ਸਮੁਦਾਈ। ਔਰ ਕਈ ਬੰਦੇ ਉਹਨਾਂ ਤੋਪਾਂ ਨੂੰ ਧੱਕਾ ਲਾਉਣ ਵਾਸਤੇ ਨਾਲ ਲੱਗੇ ਨੇ। ਬਲ ਤੇ ਪੇਲ ਧਕੇਲਤ ਔਰ ਲਿਆਏ। ਬਲ ਨਾਲ ਧੱਕਾ ਮਾਰ ਕੇ ਉਹਨਾਂ ਤੋਪਾਂ ਨੂੰ ਲੈ ਕੇ ਆਏ। ਨਹੀਂ ਬਿਲੰਬ ਲਗਾਈ। ਦੇਰੀ ਨਹੀਂ ਲਾਈ, ਬਸ ਵੇਖਦਿਆਂ ਵੇਖਦਿਆਂ ਪਲਾਂ ਵਿੱਚ ਹੀ ਤੋਪਾਂ ਲੈ ਆਏ। ਕਰੀ ਬਰੋਬਰ ਥਿਰ ਇੱਕ ਬੇਰੀ। ਇੱਕ ਜਗ੍ਹਾ ਤੇ ਰੱਖ ਕੇ ਇਹਨਾਂ ਨੇ ਬਰਾਬਰ ਕੀਤੀਆਂ ਜਿੱਥੇ ਸਤਿਗੁਰੂ ਜੀ ਬੈਠੇ ਸਨ। ਗੱਜ ਤੇ ਬਿਲਕੁਲ ਬਰਾਬਰ ਦੀ ਰੇਂਜ ਬਣਾ ਕੇ ਵੀ ਜਿਹੜੇ ਟਿੱਬੇ ਤੇ ਉਹ ਬੈਠੇ ਉਨੇ ਹੀ ਉੱਚੇ ਟਿੱਬੇ ਦੇ ਬਰਾਬਰ ਇਹਨਾਂ ਨੇ ਤੋਪਾਂ ਖੜੀਆਂ ਕੀਤੀਆਂ ਨੇ। ਗੱਜ ਤੇ ਉਤਰਿਓ ਸੂਬਾ। ਔਰ ਜਿਹੜਾ ਸੂਬੇਦਾਰ ਸੀ ਹਾਥੀ ਤੇ ਬੈਠਾ ਸੀ ਇਹ ਹਾਥੀ ਤੋਂ ਥੱਲੇ ਉਤਰਿਆ ਜਦੋਂ ਸਾਰੀਆਂ ਤੋਪਾਂ ਦੀ ਲਾਈਨ ਲੱਗ ਗਈ। ਊਚ ਨੀਚ ਤੋਪਨ ਮੁਖ ਕਰਕੇ। ਤੋਪਾਂ ਦੇ ਮੂੰਹ ਜਿਹੜੇ ਸਨ ਇਹਨੇ ਸਾਰੀ ਰੇਂਜ ਬਣਾਈ। ਥੋੜੇ ਜਿਹੇ ਉਤਾਂਹ ਨੂੰ ਕੀਤੀ ਕੋਈ ਤੋਪ, ਥੋੜਾ ਜਿਹਾ ਸਿੱਧਾ ਮੂੰਹ ਰੱਖਿਆ, ਕਿਸੇ ਤੋਪ ਦਾ ਥੋੜਾ ਜਿਹਾ ਨੀਵਾਂ ਰੱਖਿਆ। ਸਾਰੀਆਂ ਜਿਹੜੇ ਐਂਗਲ ਹੁੰਦੇ ਨੇ ਤੋਪਾਂ ਦੇ ਮੂੰਹਾਂ ਦੇ ਉਸ ਢੰਗ ਨਾਲ ਇਹਨੇ ਸਾਰੀਆਂ ਤੋਪਾਂ ਖੜੀਆਂ ਕਰਾ ਦਿੱਤੀਆਂ। ਤਕੈ ਸ਼ਿਸਤ ਹੋਏ ਕੂਬਾ। ਔਰ ਆਪ ਕੁੱਬਾ ਜਿਹਾ ਹੋ ਕੇ ਨਾ ਕੁਬੜਾ ਜਿਹਾ ਹੋ ਕੇ ਤੇ ਤੋਪ ਦੇ ਮੂੰਹ ਦਾ ਜਿਹੜਾ ਮੂੰਹ ਮਹਾਰਾਜ ਜੀ ਵੱਲ ਕਰਕੇ ਜਿੱਥੇ ਸਤਿਗੁਰੂ ਜੀ ਦਾ ਡੇਰਾ ਹੈ ਉੱਚੇ ਟਿੱਬੇ ਤੇ ਉਸ ਪਾਸੇ ਨੂੰ ਕਰਕੇ ਤੇ ਐਨ ਨਿਸ਼ਾਨਾ ਜਿਹਾ ਲਾਉਂਦਾ। ਤੋਪ ਦੇ ਅੱਗੇ ਲੱਗੀ ਹੋਈ ਜਿਹੜੀ ਮੱਖੀ ਹੈ ਉਹਦੇ ਵਿੱਚ ਵੇਖ ਕੇ ਨਿਸ਼ਾਨਾ ਲਾਉਂਦਾ ਹੈ। ਸਰਬ ਸਭਾ ਕੋ ਅਰ ਸਤਿਗੁਰ ਕੋ। ਔਰ ਸਤਿਗੁਰੂ ਜੀ ਔਰ ਜਿੰਨੀ ਸਭਾ ਮਹਾਰਾਜ ਜੀ ਦੀ ਬੈਠੀ ਹੈ ਉਸ ਜਗ੍ਹਾ ਤੇ ਤਾਕ ਤਾਕ ਬਿਦਨੀ ਕੀ। ਤੱਕ ਤੱਕ ਕੇ ਤੋਪਾਂ ਦੇ ਮੂੰਹ ਉਸ ਪਾਸੇ ਨੂੰ ਸਿੱਧਾ ਕਰਦਾ, ਸਿਸਤ ਬੰਨਦਾ, ਨਿਸ਼ਾਨਾ ਲਾਉਂਦਾ ਹੈ। ਥੈਲੀ ਭਰ ਬਰੂਦ ਅਰ ਗੋਰਾ। ਔਰ ਥੈਲੀਆਂ ਭਰ ਕੇ ਬਰੂਦ ਤੇ ਗੋਲੇ ਪਾਉਂਦਾ ਹੈ। ਕਰ ਕਰ ਮਤ ਨਿਜ ਹੀ ਕੀ। ਔਰ ਆਪਣੇ ਹਿਰਦੇ ਦੀ ਮਤ ਕਰਕੇ
ਜਿਵੇਂ ਤੋਪਾਂ ਤਿਆਰ ਹੁੰਦੀਆਂ ਨੇ ਕਰਾਉਂਦਾ ਹੈ। ਉਤ ਸਿੰਘਨ ਗਤ ਇਨ ਕੀ ਪਿਖ ਕਰ ਉਧਰ ਸਿੰਘਾਂ ਦੀ ਪੂਰੀ ਨਿਗਾਹ ਸੀ ਵੀ ਇਹ ਕੀ ਕਰਦੇ ਨੇ। ਸਿੰਘਾਂ ਨੇ ਜਦੋਂ ਇਹਨਾਂ ਦੀ ਇਹ ਗੱਤ ਵੇਖੀ ਵੀ ਇਹਨਾਂ ਦੀ ਨੀਅਤ ਮਾੜੀ ਹੈ, ਤੋਪਾਂ ਲਿਆਏ ਨੇ ਉੱਤੇ ਚਾੜ ਕੇ ਵਰਿੰਦ ਤੋਪ ਅਨਮਾਨੀ। ਔਰ ਦੂਰਬੀਨ ਦੇ ਵਿੱਚ ਲਾ ਕੇ ਸਿੰਘਾਂ ਨੇ ਵੇਖ ਕੇ ਅਨੁਮਾਨ ਲਾ ਲਿਆ ਕਿ ਜਿਹੜੀਆਂ ਤੋਪਾਂ ਇਕੱਠੀਆਂ ਕਰਕੇ ਸਿੱਧੀਆਂ ਕਰ ਰਹੇ ਨੇ ਇਹ ਜ਼ਰੂਰ ਹੁਣ ਕੋਈ ਨਾ ਕੋਈ ਕਾਰਸਤਾਨੀ ਕਰਨਗੇ। ਮਹਾਰਾਜ ਅਵਲੋਕੋ ਕਲਗੀਧਰ ਜੀ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਵੇਖੋ ਤੁਰਕੜੇ ਕੀ ਕਰਦੇ ਐ, ਵੇਖੋ ਇਹਨਾਂ ਮਲੇਛਾਂ ਦੀ ਮਲੇਛਤਾਈ, ਨੀਚਨ ਦੁਰਮਤ ਠਾਨੀ। ਇਹਨਾਂ ਨੀਚਾਂ ਨੇ ਖੋਟੀ ਮਤ ਠਾਨੀ ਹੋਈ ਐ। ਖਰੇ ਮਤੰਗ ਤੁਰੰਗਮ ਪੁਜੰਗ। ਮਹਾਰਾਜ ਜੀ ਉਹ ਵੇਖੋ ਸਾਹਮਣੇ ਮਤੰਗ ਹਾਥੀ ਤੇ ਘੋੜੇ ਉਹਨਾਂ ਦੇ ਖੜੇ ਹੋਏ ਨੇ ਮਾਲਮ ਜਹ ਸਮੁਦਾਏ। ਔਰ ਨਾਲ ਉਹਨਾਂ ਦੇ ਬਹੁਤ ਸਾਰੇ ਸਿਪਾਹੀ ਖੜੇ ਦਿਸਦੇ ਨੇ। ਤਹਾਂ ਤੋਪ ਗਨ ਲਿਆਵਨ ਕੀਨੀ। ਉਹ ਵੇਖੋ ਮਹਾਰਾਜ ਜੀ ਤੋਪਾਂ ਲੈ ਕੇ ਆਏ ਨੇ, ਸਾਰੀਆਂ ਤੋਪਾਂ ਇਹਨਾਂ ਨੇ ਖੜੀਆਂ ਕੀਤੀਆਂ ਨੇ ਲਾਰ ਲਾ ਕੇ। ਹਮ ਹੇਰੀ ਦਿਗ ਲਾਏ। ਮਹਾਰਾਜ ਜੀ ਅਸੀਂ ਪੂਰੀ ਨਿਗਾਹ ਲਾ ਕੇ ਦੂਰਬੀਨ ਨਾਲ ਵੇਖ ਲਿਆ ਹੈ। ਅਸਨਹ ਹੋਏ ਆਏ ਗਨ ਗੋਰ। ਮਹਾਰਾਜ ਜੀ ਜਿੱਥੇ ਆਪਾਂ ਬੈਠੇ ਆ ਇਸੇ ਪਾਸੇ ਮੂੰਹ ਕੀਤੇ ਹੋਏ ਨੇ ਤੋਪਾਂ ਦੇ, ਕਿਤੇ ਐਸਾ ਨਾ ਹੋਵੇ ਇਹਨਾਂ ਦੇ ਚਲਾਏ ਹੋਏ ਤੋਪਾਂ ਦੇ ਗੋਲੇ ਇੱਥੇ ਆਪਣੇ ਕੋਲ ਆ ਜਾਣ। ਲਗ ਹੈ ਦੀਵਾਨ ਮਝਾਰੇ। ਕਿਉਂਕਿ ਇੱਥੇ ਦੀਵਾਨ ਆਪ ਜੀ ਦਾ ਲੱਗਾ, ਇੱਥੇ ਗੋਲੇ ਮਾਰ ਸਕਦੇ ਨੇ ਮਲੇਛ। ਅੰਗ ਭੰਗ ਕਰ ਪ੍ਰਾਨ ਬਿਨਾਸ਼ ਹੈ। ਇੱਥੇ ਕਿਸੇ ਦਾ ਨੁਕਸਾਨ ਹੋਵੇਗਾ, ਕਿਸੇ ਦੇ ਅੰਗ ਭੰਗ ਹੋ ਸਕਦੇ ਨੇ ਗੋਲੇ ਨਾਲ, ਕਿਸੇ ਦੇ ਪ੍ਰਾਣ ਵੀ ਜਾ ਸਕਦੇ ਨੇ। ਔਚਕ ਗਜ਼ਬ ਗੁਜ਼ਾਰੇ। ਕਿਉਂਕਿ ਅਚਾਨਕ ਗੋਲਾ ਆ ਕੇ ਡਿੱਗੇਗਾ, ਉਹ ਗੋਲੇ ਨੇ ਤਾਂ ਮਾਰ ਕਰਨੀ ਹੈ ਮਹਾਰਾਜ ਜਦੋਂ ਇੱਥੇ ਆ ਕੇ ਡਿੱਗਾ। ਸਨਮੁਖ ਤੇ ਉਠ ਦਿਸ਼ਾ ਦੂਸਰੀ। ਮਹਾਰਾਜ ਜੀ ਆਪਾਂ ਇੱਥੋਂ ਸਾਹਮਣੇ ਉੱਠ ਜਾਈਏ, ਇੱਥੋਂ ਉੱਠ ਕੇ ਪਹਾੜ ਦੇ ਦੂਸਰੇ ਪਾਸੇ ਚਲੇ ਜਾਈਏ ਜਿੱਧਰ ਓਟ ਹੋਵੇ। ਫਿਰ ਹੋ ਲਗਾਏ ਦੀਵਾਨਾ। ਤੇ ਦੂਜੇ ਪਾਸੇ ਜਾ ਕੇ ਆਪਾਂ ਦੀਵਾਨ ਲਾ ਲਈਏ। ਆਪ ਜੀ ਦੂਜੀ ਥਾਂ ਤੇ ਜਾ ਕੇ ਦੀਵਾਨ ਲਾ ਕੇ ਸਜੋ। ਤੁਰਕ ਸ਼ਤਰ ਕੋ ਕਹਾਂ ਭਰੋਸਾ। ਕਿਉਂਕਿ ਇਹ ਤੁਰਕ ਵੀ ਨੇ ਤੇ ਦੁਸ਼ਮਣ ਵੀ ਨੇ, ਇਹਨਾਂ ਦਾ ਕੀ ਭਰੋਸਾ ਕਰਨਾ ਹੋਇਆ। ਦੁਸ਼ਟ ਸੋ ਬੇਈਮਾਨਾ। ਇਹ ਦੁਸ਼ਟ ਨੇ ਮਹਾਰਾਜ, ਬੇਈਮਾਨ ਲੋਕ ਹਨ। ਜਬ ਨਿਰਮੋਹ ਆਪ ਪ੍ਰਭ ਉਤਰੇ। ਇਹ ਇੱਕ ਇਦਾਂ ਦੀ ਕਰਤੂਤ ਪਹਿਲਾਂ ਵੀ ਕਰ ਚੁੱਕੇ ਨੇ ਪਹਾੜੀਏ। ਜਦੋਂ ਆਪ ਜੀ ਨਿਰਮੋਹਗੜ੍ਹ ਆਏ ਸੀ, ਪਿੱਛੇ ਕਥਾ ਆਈ ਹੈ ਕਿ ਜਦੋਂ ਮਹਾਰਾਜ ਜੀ ਆਪ ਜੀ ਨੇ ਨਿਰਮੋਹਗੜ੍ਹ ਵਿਖੇ ਆਸਣ ਲਾਇਆ ਸੀ, ਰਾਜਨ ਦਗਾ ਗੁਜ਼ਾਰਾ। ਉਦੋਂ ਇਹਨਾਂ ਰਾਜਿਆਂ ਨੇ ਬੜਾ ਵੱਡਾ ਦਗਾ ਕੀਤਾ ਸੀ, ਫਰੇਬ ਕੀਤਾ ਸੀ। ਤੋਪ ਸਮੁਖ ਕਰ ਤਾਕ ਸ਼ਿਸ਼ਤ ਕੋ। ਉਦੋਂ ਵੀ ਇਹਨਾਂ ਨੇ ਤੋਪਾਂ ਦੀ ਸ਼ਿਸਤ ਬੰਨ ਕੇ ਤੁਹਾਡੇ ਵੱਲ ਗੋਲੇ ਦਾਗੇ ਸਨ। ਗੋਰਾ ਔਚਕ ਮਾਰਾ। ਅਚਾਨਕ ਇੱਕ ਗੋਲਾ ਇਹਨਾਂ ਦਾ ਚੱਲ ਕੇ ਆਇਆ ਤੈਸੀ ਬਿਦ ਇਨ ਕੀ ਅਬ ਦੀਖਤ। ਤੇ ਮਹਾਰਾਜ ਇੱਕ ਸਿੰਘ ਉਦੋਂ ਸ਼ਹੀਦ ਹੋ ਗਿਆ ਸੀ। ਉਦਾਂ ਦਾ ਹੀ ਇਹ ਅੱਜ ਫੇਰ ਕਰਤੂਤ ਕਰਨ ਲੱਗੇ ਨੇ, ਜਿਵੇਂ ਉਦੋਂ ਕੀਤਾ ਸੀ ਪਹਾੜੀ ਰਾਜਿਆਂ ਨੇ, ਹੁਣ ਇਹ ਤੁਰਕ ਕਰਨ ਲੱਗੇ ਹਨ। ਰਚਿਓ ਪਾਪ ਮਤ ਪਾਪੀ। ਇਹਨਾਂ ਪਾਪੀਆਂ ਨੇ ਆਪਣੀ ਪਾਪ ਵਾਲਾ ਮਤ ਰਚਿਆ, ਇਹ ਪਾਪ ਵਾਲਾ ਕੰਮ ਕਰਤੂਤ ਕਰਨਾ ਚਾਹੁੰਦੇ ਹਨ। ਬਿਨਾ ਜੰਗ ਤੇ ਮਾਰਨ ਚਾਹ। ਮਹਾਰਾਜ ਕਿੱਡੇ ਪਾਪੀ ਨੇ, ਇਹ ਬਿਨਾ ਜੰਗ ਲੜਿਆ ਮਾਰਨਾ ਚਾਹੁੰਦੇ ਐ। ਬੰਦੇ ਬਣ ਕੇ ਤੇ ਕੱਲ ਲੜਿਆ ਨਹੀਂ ਗਿਆ ਇਹਨਾਂ ਕੋਲੋਂ, ਉਦੋਂ ਭੱਜ ਗਏ। ਇੱਥੇ ਅਸੀਂ ਬਹਿ ਕੇ ਰੱਬ ਰੱਬ ਕਰ ਰਹੇ ਹਾਂ ਦੀਵਾਨ ਸਜਾ ਕੇ, ਤੇ ਹੁਣ ਸਾਡੇ ਬੈਠਿਆਂ ਤੇ ਗੋਲੇ ਮਾਰਨਾ ਚਾਹੁੰਦੇ ਨੇ। ਕਿੱਡੇ ਮਲੇਛ ਨੇ ਮਹਾਰਾਜ ਸੱਚੇ ਪਾਤਸ਼ਾਹ ਵੀ ਇਹ ਬਿਨਾਂ ਜੰਗ ਲੜਿਆਂ ਹੀ ਮਾਰਨਾ ਚਾਹੁੰਦੇ ਨੇ। ਮੰਦ ਮਹਿਤ ਸੰਤਾਪੀ। ਇਹੋ ਜੀ ਮਾੜੀ ਮੱਤ ਵਾਲੇ ਸੰਤਾਪੀ ਹਨ। ਆਛੀ ਬਾਤ ਦਾਸ ਕਰ ਬਿਨਤੀ। ਮਹਾਰਾਜ ਜੀ ਅਸੀਂ ਤਾਂ ਇਹੀ ਚੰਗੀ ਸਮਝ ਗੱਲ ਸਮਝ ਕੇ ਆਪ ਜੀ ਨੂੰ ਦਾਸ ਬਣ ਕੇ ਬੇਨਤੀ ਕਰਦੇ ਹਾਂ। ਜੈਸੀ ਬਿਦ ਲਖ ਪਾਈ। ਜਿਵੇਂ ਸਾਨੂੰ ਨਜ਼ਰ ਆ ਰਿਹਾ ਹੈ ਤਿਵੇਂ ਅਸੀਂ ਆਪ ਜੀ ਅੱਗੇ ਬੇਨਤੀ ਕਰ ਰਹੇ ਹਾਂ। ਆਗੇ ਜਿਮਰਾਵਰ ਹੋਏ ਮਰਜ਼ੀ। ਅੱਗੇ ਤਾਂ ਮਹਾਰਾਜ ਮਰਜ਼ੀ ਆਪ ਜੀ ਦੀ ਚੱਲਣੀ ਹੈ, ਜਿਵੇਂ ਆਪ ਜੀ ਨੂੰ ਭਾਉਂਦਾ ਤਿਵੇਂ ਆਪ ਜੀ ਕਰੋ। ਕਰਹੁ ਜਥਾ ਮਨ ਭਾਈ। ਜਿਵੇਂ ਆਪ ਜੀ ਦੇ ਮਨ ਨੂੰ ਭਾਵੇ ਕਰੋ। ਸਾਡਾ ਤਾਂ ਫਰਜ਼ ਬਣਦਾ ਸੀ ਕਿ ਆਪ ਜੀ ਨੂੰ ਬੇਨਤੀ ਕਰਨੀ ਜੋ ਸਾਨੂੰ ਦਿਸਦਾ ਹੈ। ਸੁਣ ਕਰ ਸ਼੍ਰੀ ਕਲਗੀਧਰ ਬੋਲੇ। ਸਿੰਘਾਂ ਦੀ ਬੇਨਤੀ ਸੁਣ ਕੇ ਕਲਗੀਧਰ ਸੁਆਮੀ ਜੀ ਬੋਲੇ, ਕਹਿਣ ਲੱਗੇ ਸੁਨੋ ਖਾਲਸਾ ਪਿਆਰੇ। ਮਹਾਰਾਜ ਜੀ ਕਹਿੰਦੇ ਆ ਪਿਆਰੇ ਖਾਲਸਾ ਜੀ ਸੁਣੋ। ਕਾਲ ਕੋਚ ਤਨ ਪਹਿਰਨ ਕੀਨੀ। ਕਹਿਣ ਲੱਗੇ ਅਸੀਂ ਆਪਣੇ ਸਰੀਰ ਉੱਤੇ ਮਹਾਕਾਲ ਦਾ ਕਵਚ ਧਾਰਨ ਕੀਤਾ ਹੋਇਆ,
ਜਿਹੜਾ ਕਾਲ ਦਾ ਵੀ ਕਾਲ ਮਹਾਕਾਲ ਹੈ, ਉਹ ਕਵਚ ਸਾਡੇ ਸਰੀਰ ਉੱਤੇ ਹੈ। ਬ੍ਰਹਮ ਕਵਚ ਔਰ ਧਾਰੇ, ਔਰ ਹਿਰਦੇ 'ਚ ਅਸੀਂ ਬ੍ਰਹਮ ਕਵਚ ਧਾਰਨ ਕੀਤਾ ਹੋਇਆ। ਸਿੰਘ ਬ੍ਰਹਮ ਕਵਚ ਬਾਣੀ ਵੀ ਪੜ੍ਹਦੇ ਹਨ। ਕਹਿੰਦੇ ਬਾਹਰ ਕਾਲ ਕਵਚ ਹੈ ਸਾਡੇ ਸਰੀਰ ਤੇ, ਔਰ ਹਿਰਦੇ ਵਿੱਚ ਅਸੀਂ ਬ੍ਰਹਮ ਕਵਚ ਧਾਰਨ ਕੀਤਾ ਹੋਇਆ ਹੈ। ਜਿਸ ਤੇ ਸੇਲ ਸਾਂਗ ਸਰ ਸ਼ਕਤੀ, ਔਰ ਇਹ ਬ੍ਰਹਮ ਕਵਚ ਐਸਾ ਹੈ ਜਿਸ ਦੇ ਨਾਲ ਇਹ ਜਿਹੜੀਆਂ ਵੱਡੀਆਂ ਸੇਲਾਂ ਬਰਛੀਆਂ ਨੇ, ਸਾਂਗ ਤੀਰ ਨੇ, ਸ਼ਕਤੀਆਂ ਭਾਵ ਛੋਟੀਆਂ ਬਰਛੀਆਂ ਹਨ, ਬਰਛੇ ਨੇਜੇ ਹਨ। ਤੋਮਰ ਗੋਰੀ ਗੋਰਾ, ਔਰ ਇਹ ਜਿੰਨੀਆਂ ਗੋਲੀਆਂ ਤੇ ਤੋਪਾਂ ਦੇ ਗੋਲੇ ਹਨ, ਕੰਟਕ ਦੁਸ਼ਟ ਅਨੇਕ ਜਤਨ ਤਾਏ, ਇਹ ਜਿਹੜੇ ਦੁਸ਼ਟ ਦੁੱਖ ਦੇਣ ਵਾਲੇ ਭਵੇਂ ਅਨੇਕਾਂ ਯਤਨ ਕਰ ਲੈਣ, ਮਾਰਹਿ ਜੇ ਹਮ ਓਰਾ, ਇਹ ਜਿੰਨੇ ਸਾਡੇ ਵੱਲ ਚਲਾਉਣਗੇ, ਏਕ ਨਾ ਲਾਗ ਸਕਹਿ ਤਨ ਹਮਰੇ, ਇਹਨਾਂ ਵੱਲੋਂ ਚਲਾਈ ਨਾ ਕੋਈ ਗੋਲੀ, ਨਾ ਕੋਈ ਤੀਰ, ਨਾ ਕੋਈ ਨੇਜਾ, ਨਾ ਕੋਈ ਬਰਛੀ, ਨਾ ਕੋਈ ਗੋਲਾ, ਨਾ ਕੋਈ ਹੋਰ ਅਸਤਰ ਸ਼ਸਤਰ ਸਾਡੇ ਵੱਲ ਨਹੀਂ ਆਵੇਗਾ। ਇਹਨਾਂ ਦਾ ਚਲਾਇਆ ਕੋਈ ਗੋਲਾ ਗੋਲੀ ਸਾਡੇ ਤੱਕ ਨਹੀਂ ਪਹੁੰਚੇਗਾ। ਸਭ ਉਪਾਏ ਨਿਫਲਾਵੈ, ਇਹਨਾਂ ਦੇ ਸਾਰੇ ਕੀਤੇ ਹੋਏ ਉਪਾਅ ਨਿਸ਼ਫਲ ਜਾਣਗੇ। ਮਹਾਕਾਲ ਕਾਲੀ ਰਖਵਾਰੀ, ਆਹਾ, ਸਾਡਾ ਤਾਂ ਮਹਾਕਾਲ ਅਕਾਲ ਪੁਰਖ ਰਖਵਾਲਾ ਹੈ। ਮਹਾਕਾਲ ਦਾ ਮਤਲਬ ਅਕਾਲ ਪੁਰਖ, ਜਿਹੜਾ ਕਾਲ ਸਾਰੇ ਜਗਤ ਨੂੰ ਭਖ ਜਾਂਦਾ ਹੈ। ਕਾਲ ਨੂੰ ਵੀ ਜਿਹੜਾ ਭਖ ਜੇ ਉਹਨੂੰ ਕਹਿੰਦੇ ਨੇ ਮਹਾਕਾਲ। ਉਹਨੂੰ ਅਕਾਲ ਪੁਰਖ ਕਹਿ ਲੋ ਚਾਹੇ ਮਹਾਕਾਲ ਕਹਿ ਲੋ, ਦੋਵੇਂ ਇੱਕ ਰੂਪ ਹੀ ਨੇ। ਕਈਆਂ ਨੂੰ ਭੁਲੇਖਾ ਪੈ ਜਾਂਦਾ ਵੀ ਗੁਰੂ ਗ੍ਰੰਥ ਸਾਹਿਬ 'ਚ ਅਕਾਲ ਲਿਖਿਆ ਤੇ 10ਵੇਂ ਪਾਤਸ਼ਾਹ ਮਹਾਕਾਲ ਲਿਖਦੇ ਨੇ। ਅਕਾਲ ਦਾ ਅਰਥ ਵੀ ਮਹਾਕਾਲ ਹੀ ਹੈ। ਜਿਹੜਾ ਕਾਲ ਦਾ ਵੀ ਕਾਲ ਮਹਾਕਾਲ। ਉਸੇ ਮਹਾਕਾਲ ਦੇ ਬਾਬਤ ਗੁਰਦੇਵ ਜਦੋਂ ਮਹਾਕਾਲ ਦਾ ਚਰਿੱਤਰ ਲਿਖਦੇ ਆ ਨਾ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ, ਜਿਹਦੇ ਵਿੱਚੋਂ ਆਪ ਜੀ ਚੌਪਈ ਸਾਹਿਬ ਪੜ੍ਹਦੇ ਹੋ, ਉਹਦੀ ਪ੍ਰਾਰੰਭਤਾ ਇੱਥੋਂ ਹੁੰਦੀ ਹੈ, ਮਹਾਕਾਲ ਕੀ ਜੇ ਸਰਨ ਪਰੇ ਸੋ ਲੈ ਬਚਾਏ, ਔਰ ਨਾ ਉਪਜੋ ਦੂਸਰ ਜਗ ਪਛਿਓ ਸਭੈ ਬਨਾਏ। ਮਹਾਕਾਲ ਵਾਹਿਗੁਰੂ ਪਰਮੇਸ਼ਰ ਨੂੰ ਕਿਹਾ, ਜੋ ਕਾਲ ਦਾ ਵੀ ਕਾਲ ਮਹਾਕਾਲ। ਮਹਾਰਾਜ ਜੀ ਕਹਿੰਦੇ ਉਹ ਸਾਡਾ ਰਖਵਾਲਾ ਹੈ, ਉਹਨੇ ਸਾਡੀ ਰੱਖਿਆ ਕਰਨੀ ਹੈ। ਦੇ ਕਰ ਹੱਥ ਬਚਾਵੈ, ਉਹ ਸਾਨੂੰ ਆਪਣਾ ਹੱਥ ਦੇ ਕੇ ਬਚਾਉਣ ਵਾਲਾ, ਰੱਖਣ ਵਾਲਾ ਹੈ। ਸਰਬ ਲੋਹ ਕੀ ਰੱਛਾ ਹਮਕੋ, ਫਿਰ ਸਾਨੂੰ ਸਰਬ ਲੋਹ ਦੀ ਰੱਛਿਆ। ਅਕਾਲ ਪੁਰਖ ਨੂੰ ਮਹਾਰਾਜ ਜੀ ਨੇ ਸਰਬ ਲੋਹ ਵੀ ਵਰਣਨ ਕੀਤਾ। ਜਦੋਂ ਅਕਾਲ ਉਸਤਤ ਬਾਣੀ ਪੜ੍ਹਦੇ ਹਾਂ ਤਾਂ ਉੱਥੇ ਗੁਰਦੇਵ ਜੀ ਲਿਖਦੇ ਨੇ, ਸਰਬ ਲੋਹ ਜੀ ਦੀ ਸਦਾ ਰੱਛਿਆ ਹਮਨ। ਸਰਬ ਲੋਹ ਜੀ ਦੀ ਸਦਾ ਰੱਛਿਆ ਹਮਨ। ਆਗੈ ਲਿਖਾਰੀ ਕੇ ਦਸਤਖਤ, ਨਾਲ ਆਪਣੇ ਸੈਨ ਕੀਤੇ ਆ ਕਲਗੀਧਰ ਜੀ ਨੇ, ਕਿ ਉਹ ਜੋ ਸਰਬ ਲੋਹ ਮਤਲਬ ਜਿਹੜਾ ਲੋਹੇ ਦਾ, ਸਾਰਾ ਲੋਹੇ ਦਾ ਹੀ ਬਣਿਆ ਹੋਇਆ, ਉਹ ਅਕਾਲ ਪੁਰਖ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਉਹ ਸਰਬ ਲੋਹ ਸਾਡਾ ਰਖਵਾਲਾ ਹੈ। ਉਠਤ ਬੈਠਤ ਚਾਲੇ, ਉੱਠਦਿਆਂ ਬਹਿੰਦਿਆਂ ਚਲਦਿਆਂ ਹਰ ਵੇਲੇ ਹਰ ਜਗ੍ਹਾ ਤੇ ਉਹ ਸਰਬ ਲੋਹ ਸਾਡੀ ਰਾਖੀ ਕਰਨ ਵਾਲਾ ਹੈ। ਪੇਸ਼ ਨ ਜਾਏ ਮਲੇਛਨ ਕੋ ਕੁਛ, ਇਹਨਾਂ ਮਲੇਛਾਂ ਦੀ ਨਹੀਂ ਕੋਈ ਪੇਸ਼ ਜਾਣੀ ਸਾਡੇ ਤਾਈਂ। ਇਹ ਜੋ ਮਰਜ਼ੀ ਕਰ ਲੈਣ, ਜਿੰਨੇ ਮਰਜ਼ੀ ਗੋਲੇ ਦਾਗ ਲੈਣ, ਕਰਤ ਉਪਾਏ ਬਿਸਾਲੇ, ਇਹ ਜਿੰਨੇ ਮਰਜ਼ੀ ਉਪਾਅ ਕਰ ਲੈਣ, ਇਹਨਾਂ ਦਾ ਕੋਈ ਉਪਾਅ ਨਹੀਂ ਚੱਲਣਾ ਸਾਡੇ ਤਾਈਂ। ਇਤਨੀ ਕਹਿਤ ਹੁਤੇ ਸ਼੍ਰੀ ਸਤਿਗੁਰ, ਕਲਗੀਧਰ ਪਾਤਸ਼ਾਹ ਇੰਨੇ ਬਚਨ ਕਹਿ ਹੀ ਰਹੇ ਸਨ ਸਿੰਘਾਂ ਨੂੰ। ਛੁੱਟੀ ਤੋਪ ਸਮੁਦਾਈ, ਇੰਨੇ ਨੂੰ ਸਾਰੀਆਂ ਤੋਪਾਂ ਉਹਨਾਂ ਨੇ ਇਕੱਠੀਆਂ ਹੀ ਦਾਗ ਦਿੱਤੀਆਂ, ਚਲਾ ਦਿੱਤੀਆਂ। ਗਾਜ ਗਾਜ ਕਰ ਬਾਰ ਬਾਰ ਜਨ, ਗੱਜ ਗੱਜ ਕੇ ਕਹਿੰਦੇ ਤੋਪਾਂ ਦੇ ਗੋਲੇ ਚੱਲ ਕੇ ਆਉਂਦੇ ਹਨ ਵਾਰੋ ਵੇਰੀ। ਮੇਰੀ ਸੁਗਿਰ ਪਰ ਆਈ, ਕਹਿੰਦੇ ਉਹ ਚੱਲ ਕੇ ਗੋਲੇ ਇਧਰ ਜਿੱਥੇ ਪਾਤਸ਼ਾਹ ਦਾ ਡੇਰਾ ਸੀ ਉਸ ਪਾਸੇ ਚੱਲ ਕੇ ਆਏ ਹਨ। ਅੰਧ ਧੁੰਦ ਇੱਕ ਬਾਰ ਭਇਓ ਤਬ, ਇੱਕਦਮ ਕਹਿੰਦੇ ਅੰਧ ਧੁੰਦ ਵਰਤ ਗਈ ਸਾਰੇ ਪਾਸੇ। ਉਠਿਓ ਧੂਮ ਨ ਬਛਾਇਓ, ਆਕਾਸ਼ ਵਿੱਚ ਧੂਆਂ ਉੱਡ ਕੇ ਛਾ ਗਿਆ। ਹਰੇ ਤੋ ਰੰਗ ਮਤੰਗ ਨ ਦੀਖਤ, ਕਹਿੰਦੇ ਉਹਨਾਂ ਦੇ ਚਲਾਏ ਹੋਏ ਜਿਹੜੇ ਗੋਲੇ ਨੇ, ਉਹ ਕਹਿੰਦੇ ਚਲਾਏ ਹੋਏ ਗੋਲੇ ਉਹਨਾਂ ਦੇ ਹੀ ਹਾਥੀਆਂ ਦੇ ਉੱਤੇ, ਉਹਨਾਂ ਦੇ ਹੀ ਘੋੜਿਆਂ ਦੇ ਉੱਤੇ ਖੜੇ ਜਿਹੜੇ ਨੇ ਦਿਸਦੇ ਨਹੀਂ ਹਨ। ਨਿਕਟ ਸਥਾਨ ਹਿਲਾਇਓ, ਨੇੜੇ ਦਾ ਜਿੰਨਾ ਥਾਂ ਸੀ ਇੱਕ ਵਾਰੀ ਜਿਵੇਂ ਭੁਚਾਲ ਜਿਹਾ ਨਹੀਂ ਆਉਂਦਾ, ਉਹਨਾਂ ਗੋਲਿਆਂ ਦੇ ਚੱਲਣ ਨਾਲ ਏਦਾਂ ਕਹਿੰਦੇ ਇੱਕਦਮ ਜਗ੍ਹਾ ਹਿੱਲ ਗਈ। ਪ੍ਰਤ ਧੁਨ ਉਠੀ ਸੈਲ ਅਰੜਾਏ, ਜਦੋਂ ਇਹੋ ਜੀ ਧੁਨ ਉੱਠੀ ਤੋਪਾਂ ਦੇ ਗੋਲਿਆਂ ਦੀ,
ਤੇ ਪਹਾੜ ਵੀ ਇੱਕ ਵਾਰੀ ਅਰੜਾਏ ਹਨ। ਸ਼ਬਦ ਸਹਿਨ ਹੈ ਸ਼ਰੋਨਾ। ਪਹਾੜਾਂ ਦੇ ਵਿੱਚੋਂ ਵੀ ਕਹਿੰਦੇ ਇਹੋ ਜੀ ਆਵਾਜ਼ ਸੁਣਾਈ ਦਿੱਤੀ ਵੀ ਉਹ ਆਵਾਜ਼ ਕੰਨਾਂ ਦੇ ਕੋਲੋਂ ਬਰਦਾਸ਼ਤ ਨਹੀਂ ਹੁੰਦੀ। ਕੜਕੈ ਤੋਪਾ ਬਲ ਬਰੂਦ ਤੇ। ਤੋਪਾਂ ਬਰੂਦ ਦੇ ਬਲ ਨਾਲ ਕੜਕਦੀਆਂ ਨੇ ਬੜੀ ਭਿਆਨਕ ਆਵਾਜ਼ ਨਾਲ। ਆਗੇ ਅਟਕੈ ਕੌਣਾ। ਕੌਣ ਹੈ ਜਿਹੜਾ ਉਹਨਾਂ ਦੇ ਅੱਗੇ ਅਟਕ ਸਕੇ? ਇਹੋ ਜੀਆਂ ਤੋਪਾਂ ਹਨ। ਸਗਰੇ ਗੋਰੇ ਗਿਰ ਕੇ ਸਿਰ ਤੇ। ਜਦੋਂ ਇਹਨਾਂ ਨੇ ਏਦਾਂ ਗੋਲੇ ਚਲਾਏ ਨਾ ਤੋਪਾਂ ਕੜਕੀਆਂ। ਜਿੰਨੇ ਵੀ ਉਹ ਗੋਲੇ ਸਨ ਜਿਹੜੇ ਪਹਾੜ ਤੇ ਸਤਿਗੁਰੂ ਜੀ ਬੈਠੇ ਨੇ, ਮਹਾਰਾਜ ਜੀ ਦੇ ਦਰਬਾਰ ਸਜੇ ਹੋਏ ਨੇ, ਉਹ ਪਹਾੜ ਦੇ ਉੱਪਰਲੇ ਪਾਸਿਓਂ ਦੀ ਗੋਲੇ ਪਾਰਲੇ ਪਾਸੇ ਜਾਈ ਜਾਂਦੇ ਨੇ। ਉੱਚੇ ਨਭ ਕੋ ਜਾਈ। ਉੱਤੇ ਆਕਾਸ਼ ਵਿੱਚ ਹੀ ਜਾਈ ਜਾ ਰਹੇ ਨੇ, ਥੱਲੇ ਨਹੀਂ ਆਉਂਦੇ ਜਿੱਥੇ ਪਾਤਸ਼ਾਹ ਬੈਠੇ ਨੇ। ਉੱਪਰੋਂ ਹੀ ਕਹਿੰਦੇ ਸਿਰ ਦੇ ਉੱਪਰੋਂ ਆਕਾਸ਼ ਵਿੱਚੋਂ ਦੀ ਲੰਘਦੇ ਹਨ। ਫਿਰ ਉਹ ਦੀਵਾਨ ਸਕਲ ਵਿੱਚ ਸ਼੍ਰੀ ਪ੍ਰਭ। ਪਾਤਸ਼ਾਹ ਜੀ ਜਿੱਥੇ ਆਪਣੇ ਦੀਵਾਨ ਦੇ ਵਿੱਚ ਥਿਰ ਹੋ ਕੇ ਬੈਠੇ ਨੇ, ਕਹਿ ਕੋ ਛੋਹਨ ਨ ਪਾਈ। ਕਹਿੰਦੇ ਉਹ ਗੋਲਾ ਕਿਸੇ ਨੂੰ ਛੂ ਨਹੀਂ ਸਕਿਆ। ਹਵਾ ਦੇ ਵਿੱਚ ਉੱਤੇ ਆਕਾਸ਼ ਦੇ ਵਿੱਚੋਂ ਹੀ ਉੱਡ ਕੇ ਸਿਰਾਂ ਤੋਂ ਲੰਘ ਗਏ। ਉੱਪਰ ਮੁਖ ਕਰ ਦੇਖਤ ਹੈ ਸਿੰਘ। ਜਿੰਨੇ ਸਿੰਘ ਬੈਠੇ ਨੇ ਏਦਾਂ ਤਾਂ ਨੂੰ ਮੂੰਹ ਕਰਕੇ ਵੇਖਦੇ ਆ ਗੋਲਿਆਂ ਨੂੰ ਲੰਘਦਿਆਂ ਹੋਇਆਂ। ਵੇਖੋ ਕਿਵੇਂ ਨਿਡਰ ਹੋ ਕੇ ਬੈਠੇ ਨੇ ਗੋਲੇ ਚੱਲਦਿਆਂ ਵਿੱਚ। ਉਹ ਤਾਂ ਨੂੰ ਸਿਰ ਕਰਕੇ ਅੱਖਾਂ ਕਰਕੇ ਨਾ ਉਹਨਾਂ ਲੰਘਦੇ ਹੋਏ ਗੋਲਿਆਂ ਨੂੰ ਤੱਕਦੇ ਹਨ। ਸ਼ੂਕਤ ਜਾਹੇ ਆਕਾਸ਼ਾ। ਔਰ ਉਹ ਗੋਲੇ ਸ਼ੂਕਦੇ ਜਾਂਦੇ ਨੇ ਆਕਾਸ਼ ਵਿੱਚ। ਪਰ ਸਿਵਰ ਦੇ ਤੁਰਕਨ ਘਾਲੇ। ਹੁਣ ਪਹਾੜ ਤੋਂ ਅੱਗੇ ਜਾ ਕੇ ਤੁਰਕਾਂ ਦਾ ਡੇਰਾ ਹੈ। ਵੇਖੋ ਮਹਾਰਾਜ ਜੀ ਦੀ ਖੇਡ। ਉਹ ਗੋਲੇ ਉਹਨਾਂ ਤੁਰਕਾਂ ਦੇ ਡੇਰੇ ਤੇ ਹੀ ਜਾ ਕੇ ਵੱਜਦੇ ਨੇ ਜਿਹੜੇ ਚੱਲ ਰਹੇ ਨੇ। ਉਸ ਪਹਾੜ ਤੋਂ ਉੱਪਰਲੇ ਪਾਸੇ ਤੋਂ ਲੰਘਦੇ ਅੱਗੇ ਤੁਰਕਾਂ ਦਾ ਡੇਰਾ ਹੈ। ਉੱਥੇ ਹੀ ਜਾ ਕੇ ਕਹਿੰਦੇ ਉਹਨਾਂ ਦੀ ਫੌਜ ਨੂੰ ਉਹ ਗੋਲੇ ਜਾ ਕੇ ਵੱਜ ਰਹੇ ਨੇ। ਤਿਨ ਕੋ ਕਰਤ ਬਿਨਾਸ਼ਾ। ਔਰ ਉਹਨਾਂ ਦਾ ਹੀ ਵਿਨਾਸ਼ ਕਰ ਰਹੇ ਨੇ। ਇਹ ਆ ਖੇਡ ਵਰਤਰੀ ਸਤਿਗੁਰਾਂ ਦੀ, ਨਾ ਆਪ ਲੜੂ ਨਾ ਫੌਜ ਲੜਾਉ। ਪਟ ਬੀਰਨ ਸੇਤੀ ਬਾਦ ਮਗਾਉ। ਕਹਿੰਦੇ ਨਾ ਆਪ ਲੜ ਰਹੇ ਨੇ ਨਾ ਫੌਜ ਨੂੰ ਲੜਾ ਰਹੇ ਨੇ। ਦੁਸ਼ਮਣਾਂ ਦੇ ਚਲਾਏ ਹੋਏ ਗੋਲੇ ਉਹਨਾਂ ਦੀ ਹੀ ਫੌਜ ਨੂੰ ਨਾਸ਼ ਕਰ ਰਹੇ ਨੇ। ਸੁਭਟ ਪਵੰਗਮ ਕਰੇ ਸੰਘਾਰਨ। ਬਹੁਤ ਸਾਰੇ ਉਹਨਾਂ ਦੇ ਸੂਰਮੇ ਤੇ ਘੋੜੇ ਮਰ ਗਏ। ਹਾਹਾਕਾਰ ਮਚਾਇਓ। ਇੱਕਦਮ ਹਾਹਾਕਾਰ ਮਚ ਗਈ। ਪਿਖ ਸੂਬੇ ਤੋਂ ਪਨ ਮੁਖ ਉੱਚਾ। ਕਹਿੰਦੇ ਜਦੋਂ ਸੂਬੇਦਾਰ ਕੋਲ ਆਵਾਜ਼ ਆਈ ਵੀ ਤੇ ਉਧਰੋਂ ਯਾ ਅਲੀ ਦੇ ਨਾਰੇ ਆਉਣ ਦੀ ਆਵਾਜ਼ ਆ ਰਹੀ ਵੀ ਪਾਰਲੇ ਪਾਸੇ ਤਾਂ ਸਾਡੀਆਂ ਹੀ ਫੌਜਾਂ ਨੇ, ਇਹ ਤਾਂ ਉਹਨਾਂ ਵਿੱਚ ਜਾ ਵੱਜੇ ਗੋਲੇ। ਤਾਂ ਸੂਬੇ ਸਰਹੰਦ ਨੇ ਆਖਿਆ ਉਹ ਮੂੰਹ ਉੱਚੇ ਨੇ ਤੋਪਾਂ ਦੇ ਮੂੰਹ, ਇਹਨਾਂ ਨੂੰ ਥੱਲੇ ਨੀਵਿਆਂ ਕਰੋ। ਫੇਰਿਓ ਪੇਚ ਨਿਵਾਇਓ। ਕਹਿੰਦੇ ਪੇਚ ਫੇਰ ਕੇ ਨਾ ਉਹਨਾਂ ਤੋਪਾਂ ਦੇ ਮੂੰਹ ਨੀਵੇਂ ਕੀਤੇ। ਸਗਰੀ ਮਹਿ ਥੈਲੀ ਪੁਨ ਘਾਲੀ। ਦੁਬਾਰਾ ਫੇਰ ਉਹਨਾਂ ਤੋਪਾਂ ਦੇ ਵਿੱਚ ਬਰੂਦ ਆਦਿਕ ਦੀਆਂ ਥੈਲੀਆਂ ਪਾਈਆਂ। ਗੋਰਾ ਗੱਜ ਤੇ ਠੋਕਾ। ਔਰ ਗੋਲੇ ਪਾ ਕੇ ਫਿਰ ਗਜਾਂ ਦੇ ਨਾਲ ਠੋਕੇ ਹਨ। ਕਰੀ ਤਿਆਰ ਪੁਨ ਤਾਕ ਸ਼ਿਸ਼ਤ ਕੋ। ਦੁਬਾਰਾ ਫਿਰ ਸਾਰੀਆਂ ਤੋਪਾਂ ਤਿਆਰ ਕਰਕੇ ਸਿਸਤ ਬੰਨੀ ਹੈ। ਬਾਰੰਬਾਰ ਬੇਲੋਕਾ। ਬਾਰ ਧਿਆਨ ਨਾਲ ਵੇਖਦਾ ਵੀ ਹੁਣ ਸਿੱਧੀ ਆ ਤੋਪ, ਹੁਣ ਤਾਂ ਨਹੀਂ ਉਤਾਂ ਨੂੰ ਜਾਣ ਲੱਗੀ। ਏਦਾਂ ਧਿਆਨ ਨਾਲ ਬਾਰ-ਬਾਰ ਵੇਖਦਾ ਨਿਸ਼ਾਨਾ ਲਾ ਕੇ ਸੂਬਾ ਸਰਹੰਦ। ਦੂਤੀਏ ਸ਼ਲਖ ਫਿਰ ਤਾਕ ਪ੍ਰਹਾਰੀ। ਏਦਾਂ ਦੂਜੀ ਸ਼ਲਕ ਕਈ ਤੋਪਾਂ ਦੀ ਫੇਰ ਇਹਨੇ ਤੱਕ ਕੇ ਚਲਾਈ। ਦਾਰੁਣ ਨਾਦੀ ਉਠਾਵਾ। ਫਿਰ ਬੜਾ ਭਿਆਨਕ ਦਾਰੁਣ ਨਾਦ ਆਵਾਜ਼ ਉੱਠੀ। ਧੂਮ ਧਾਰ ਤਹ ਜਿਤ ਕਿਤ ਪਸਰੀ। ਇੱਕਦਮ ਧੂਆਂ ਹੀ ਧੂਆਂ ਸਾਰੇ ਪਾਸੇ ਪਸਰਿਆ ਦਿਸਦਾ ਹੈ। ਨਹ ਦੇਖਨ ਕੁਛ ਪਾਵਾ। ਨਜ਼ਰ ਨਹੀਂ ਆਉਂਦਾ ਕੁਝ ਵੀ, ਇੰਨਾ ਧੂਆਂ ਹੈ। ਗਿਰ ਕੀ ਜਰ ਮਹਿ ਗੋਰੇ ਸਗਰੇ। ਹੁਣ ਉਹ ਜਿੰਨੇ ਗੋਲੇ ਸਨ ਉਹ ਪਹਾੜ ਦੀ ਜਿਹੜੀ ਥੱਲੜੇ ਪਾਸੇ ਜੜ ਹੈ ਉੱਥੇ ਜਾ ਕੇ ਵੱਜਣ ਲੱਗ ਪਏ। ਸਤਿਗੁਰੂ ਜੀ ਉੱਤੇ ਬੈਠੇ ਨੇ, ਉਹ ਥੱਲੇ ਚਰਨਾਂ ਵਿੱਚ ਮਾਨੋ ਜਿਵੇਂ ਨਮਸਕਾਰ ਕਰ ਰਹੇ ਨੇ। ਜੜ ਦੇ ਵਿੱਚ ਪਹਾੜ ਦੀ ਜਿਹੜੀ ਥੱਲੜੀ ਜੜ ਹੁੰਦੀ ਆ ਉਹਦੇ 'ਚ ਜਾ ਕੇ ਗੋਲੇ ਵੱਜੇ। ਜਾਏ ਲਗੇ ਇੱਕ ਬਾਰੀ। ਇੱਕੋ ਵੇਰੀ ਉਸ ਜੜ ਵਿੱਚ ਜਾ ਕੇ ਗੋਲੇ ਵੱਜੇ। ਪੱਥਰ ਦਾ ਪਹਾੜ ਹੈ, ਗੋਲਿਆਂ ਨਾਲ ਕੀ ਵਿਗੜਨਾ ਸੀ, ਥੋੜੇ ਬਾਤੇ ਟੁੱਟੇ ਹਨ। ਪਿਖ ਹੈ ਖਾਲਸਾ ਹਰਖਤ ਹੋਇ ਕਰ। ਖਾਲਸਾ ਬੈਠਾ ਮਹਾਰਾਜ ਜੀ ਦੇ ਪਾਸ ਤੇ ਬੜੇ ਖੁਸ਼ ਹੋ ਕੇ। ਜਦੋਂ ਉਹਨਾਂ ਦੇ ਗੋਲੇ ਨਿਸ਼ਫਲ ਜਾਂਦੇ ਆ ਨਾ ਤੇ ਸਿੰਘ ਗੱਜ ਗੱਜ ਕੇ ਜਕਾਰੇ ਗਜਾਉਂਦੇ ਹਨ ਖੁਸ਼ੀਆਂ ਨਾਲ। ਤੁਰਕਨ ਕੀ ਮਤ ਮਾਰੀ। ਤੁਰਕਾਂ ਦੀ ਮੱਤ ਮਾਰੀ ਗਈ, ਉਹਨਾਂ ਦੀ ਮੱਤ ਦੇ ਉੱਤੇ ਪਰਦਾ ਪੈ ਗਿਆ, ਅਕਲ ਦੇ ਉੱਤੇ ਪਰਦਾ ਪੈ ਗਿਆ। ਜਗਤ ਪਤੀ ਕੋ ਚਾਹਤ ਹਤ ਬੇ। ਇਹਨਾਂ ਮਲੇਛਾਂ ਨੂੰ ਇਹ ਨਹੀਂ ਪਤਾ ਵੀ ਜਿਨ੍ਹਾਂ ਨੂੰ ਗੋਲੇ ਮਾਰ ਰਹੇ ਨੇ ਸਾਰੇ ਸੰਸਾਰ ਦੇ ਮਾਲਕ ਨੇ ਕਲਗੀਧਰ ਜੀ। ਉਹ ਸਾਰੇ ਜਗਤ ਦੇ ਪਤੀ ਹਨ
ਤੇ ਜਗਤ ਦੇ ਪਤੀ ਨੂੰ ਮਾਰਨਾ ਚਾਹੁੰਦੇ ਨੇ ਮਲੇਛ। ਸੀਪਨ ਸਿੰਧ ਉਲੀਚੈ ਇਹ ਤਾਂ ਉਹ ਗੱਲ ਹੋਈ ਵੀ ਸਿੱਪੀ ਦੇ ਵਿੱਚ ਸਮੁੰਦਰ ਪਾਣਾ ਚਾਹੁੰਦੇ ਨੇ ਜੋ ਕਦੇ ਨਹੀਂ ਹੋ ਸਕਦਾ। ਭਗਨੋ ਸੈਲ ਮਸ਼ਕ ਜਿਮ ਚਿਤਵਤ ਇਹ ਉਹ ਗੱਲ ਹੋ ਗਈ ਵੀ ਕਈ ਮੱਛਰ ਇਕੱਠੇ ਹੋ ਕੇ ਪਹਾੜ ਨੂੰ ਟੱਕਰ ਮਾਰ ਕੇ ਉਹਨੂੰ ਚਕਨਾਚੂਰ ਕਰਨਾ ਚਾਹੁੰਦੇ ਹਨ। ਕੀਟ ਸੁਮੇਰੂ ਖੀਚੈ ਜਾਂ ਇਦਾਂ ਕਹਿ ਲਈਏ ਵੀ ਇੱਕ ਕੀੜੀ ਨੇ ਯਤਨ ਕੀਤਾ ਵੀ ਮੈਂ ਸੁਮੇਰ ਪਰਬਤ ਨੂੰ ਖਿੱਚ ਕੇ ਲੈ ਕੇ ਜਾਣਾ, ਕਦੇ ਨਹੀਂ ਹੋ ਸਕਦਾ। ਬਿਸਮਤ ਸੂਬੇ ਸਰਬ ਤੋਂ ਪਗਨ ਉਹ ਹਾਲਤ ਇਹਨਾਂ ਦੀ ਹੈ। ਸਾਰੇ ਸੂਬੇਦਾਰ ਦੇ ਸਮੇਤ ਜਿੰਨੇ ਸਿਪਾਹੀ ਨੇ ਉਹ ਹੈਰਾਨ ਹੋ ਰਹੇ ਨੇ ਵੀ ਹੋ ਕੀ ਰਿਹਾ ਹੈ। ਜੇ ਉਤਾਂ ਨੂੰ ਮੂੰਹ ਚੁੱਕਦੇ ਆ ਹਵਾ 'ਚ ਚਲੇ ਜਾਂਦੇ ਨੇ, ਗੋਲੇ ਥੱਲੇ ਕਰਦੇ ਆ ਪਹਾੜ ਦੀ ਜੜ 'ਚ ਜਾਂਦੇ ਨੇ, ਸਿੱਧੇ ਕਿਉਂ ਨਹੀਂ ਜਾਂਦੇ ਗੋਲੇ? ਕ੍ਰੋਧਤ ਹੋਵੇ ਕਸਵਾਈ ਔਰ ਫਿਰ ਦੁਬਾਰਾ ਗੁੱਸੇ ਵਿੱਚ ਆ ਕੇ ਨੇ ਤੋਪਾਂ ਤਿਆਰ ਕਰਵਾਈਆਂ। ਕਰ ਕਰ ਬੁੱਧ ਬਲ ਅਨੇਕ ਘਾਤ ਤੇ ਆਪਣੀ ਬੁੱਧੀ ਦਾ ਬਲ ਲਾ ਲਾ ਕੇ ਕਈ ਤਰ੍ਹਾਂ ਦੇ ਦਾਤ ਤੱਕ ਕੇ ਛੋੜ ਦਈ ਸਮੁਦਾਈ ਫਿਰ ਦੁਬਾਰਾ ਤੋਪਾਂ ਦੇ ਗੋਲੇ ਨੇ ਦਾਗੇ ਨੇ ਚਲਾਏ ਨੇ ਤੀਜੀ ਵਾਰ। ਨੀਚੇ ਮੁਖ ਜਬ ਕਰ ਹੈ ਤੋਪ ਕੋ ਜਦੋਂ ਤੋਪ ਦਾ ਮੂੰਹ ਥੱਲੇ ਨੂੰ ਕਰਦੇ ਨੇ ਗਿਰ ਕੀ ਜਰ ਮਹਿ ਲਾਗੈ ਉਹ ਗੋਲਾ ਜਾ ਕੇ ਪਹਾੜ ਦੀ ਜੜ ਵਿੱਚ ਵੱਜਦਾ ਹੈ। ਜੇ ਊਚੋ ਕਰ ਛੋਰ ਹੈ ਗੋਰਾ ਜੇ ਉੱਤੇ ਨੂੰ ਮੂੰਹ ਕਰਕੇ ਗੋਲਾ ਚਲਾਉਂਦੇ ਨੇ ਤਤ ਛਿਲ ਜਾਵਤ ਆਗੈ ਉਹ ਪਾਰਲੇ ਪਾਸੇ ਚਲਾ ਜਾਂਦਾ, ਸਿਰ ਤੋਂ ਲੰਘ ਜਾਂਦਾ ਹੈ। ਸ਼ੂਕਤ ਨਭ ਮਹਿ ਨਿਫਲ ਪਰਕਿਤ ਇਹ ਤਾਂ ਗੋਲੇ ਆਕਾਸ਼ ਵਿੱਚ ਹੀ ਸ਼ੂਕਦੇ ਫਿਰਦੇ ਤੇ ਨਿਸ਼ਫਲ ਚਲੇ ਜਾਂਦੇ ਨੇ, ਬਾਮ ਕੇ ਦਾਹਨ ਜਾਈ ਜਾਂ ਸੱਜੇ ਖੱਬੇ ਜਾ ਡਿੱਗਦੇ ਹਨ। ਸਰਬ ਸਭਾਯੁਤ ਸਤਿਗੁਰ ਬੈਸੇ ਸਤਿਗੁਰੂ ਜੀ ਆਪਣੀ ਸਭਾ ਸਮੇਤ ਸਾਰੇ ਅਡੋਲ ਬੈਠੇ ਹਨ। ਚਿੰਤਾ ਕਿਸ ਹੋ ਨ ਕਾਈ ਕਿਸੇ ਨੂੰ ਕੋਈ ਚਿੰਤਾ ਨਹੀਂ, ਸਿੰਘ ਵੀ ਨਿਸ਼ਚਿੰਤ ਹੋ ਕੇ ਮਹਾਰਾਜ ਜੀ ਦੇ ਚਰਨਾਂ 'ਚ ਬੈਠੇ ਨੇ। ਬਾਰ ਬਾਰ ਤਾਕਤ ਫੁੱਲ ਸ਼ੋਰ ਹੈ ਇਹ ਬਾਰ-ਬਾਰ ਤੋਪਾਂ ਦੇ ਗੋਲੇ ਤੱਕਦੇ ਨੇ ਫਿਰ ਚਲਾਉਂਦੇ ਨੇ। ਕਰ ਕਰ ਨਿਜ ਮਤ ਆਛੇ ਆਪੋ ਆਪਣੀ ਮਤ ਲਾ ਕੇ ਪੂਰੀ ਅਕਲ ਦੇ ਘੋੜੇ ਦੌੜਾ ਕੇ ਚਲਾਉਂਦੇ ਨੇ। ਲਹਿ ਦੀਵਾਨ ਮਹਿ ਗੋਰਾ ਲਾਗੇ ਪਰ ਕੋਈ ਗੋਲਾ ਮੇਰੇ ਸਾਹਿਬ ਦੇ ਦੀਵਾਨ ਵਿੱਚ ਨਹੀਂ ਪਹੁੰਚਿਆ, ਨਹੀਂ ਲੱਗ ਸਕਿਆ। ਜਹ ਮਾਰਨ ਕੋ ਬਾਛੇ ਜਿੱਥੇ ਮਾਰਨਾ ਚਾਹੁੰਦੇ ਨੇ ਉੱਥੇ ਨਹੀਂ ਕੋਈ ਗੋਲਾ ਜਾਂਦਾ। ਇੱਕ ਕੀ ਨਿੰਦਾ ਦੂਸਰ ਕਰ ਕਰ ਇੱਕ ਦੀ ਨਿੰਦਾ ਦੂਸਰੀ ਦੀ ਕਰਦਾ ਹੈ। ਤਾਕ ਤਾਕ ਕਰ ਛੋਰੈ ਇੱਕ ਚਲਾਉਂਦਾ ਨਾ ਤੋਪ, ਉਹ ਕਹਿੰਦਾ ਤੂੰ ਆ ਕੀ ਕੀਤਾ ਓਏ, ਕਿੱਧਰ ਚਲਾ ਦਿੱਤਾ ਗੋਲਾ, ਠਹਿਰ ਮੈਂ ਚਲਾਉਣਾ। ਉਹ ਦੂਜਾ ਚਲਾਉਂਦਾ, ਉਹਦਾ ਵੀ ਸੱਜੇ ਖੱਬੇ। ਤੀਜਾ ਕਹਿੰਦਾ ਜਾ ਓਏ ਤੂੰ ਵੀ ਉਹੀ ਕੰਮ ਕੀਤਾ ਪਹਿਲੇ ਵਾਂਗੂ। ਉਹ ਤੀਜਾ ਚਲਾਉਂਦਾ, ਉਹਦਾ ਵੀ ਨਿਸ਼ਫਲ ਚਲਿਆ ਜਾਂਦਾ। ਏਦਾਂ ਸ਼ਰਮਸਾਰ ਹੀ ਹੋਣਾ ਪੈਂਦਾ ਇਹਨਾਂ ਨੂੰ ਇੱਕ ਦੂਜੇ ਦੇ ਸਾਹਮਣੇ। ਜੇ ਤਿਕ ਵਿਦਿਆ ਕਰ ਪਛਹਾਰੇ ਜਿੰਨੀ ਇਹਨਾਂ ਦੀ ਵਿਦਿਆ ਸੀ ਤੋਪ ਚਲਾਉਣ ਦੀ, ਵਿਦਿਆ ਕਿੱਥੇ ਚੱਲਦੀ ਆ ਉੱਥੇ ਨਾ ਵਿਦਿਆ ਦਾ ਬਲ ਚੱਲਦਾ, ਉੱਥੇ ਨਾ ਤੋਪਾਂ ਦਾ ਬਲ ਚੱਲਦਾ, ਉੱਥੇ ਨਾ ਸਰੀਰ ਦਾ ਬਲ ਚੱਲਦਾ, ਉੱਥੇ ਨਾ ਬੁੱਧੀ ਦਾ ਬਲ ਚੱਲਦਾ। ਉੱਥੇ ਕੀ ਚੱਲਦਾ? ਉੱਥੇ ਤਾਂ ਹੱਥ ਜੋੜ ਕੇ ਅਰਦਾਸਾਂ ਚੱਲਦੀਆਂ ਨੇ, ਬੇਨਤੀਆਂ ਚੱਲਦੀਆਂ ਨੇ। ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜਾ ਸਾਧ ਨਮਸਕਾਰਾ। ਇਹ ਗੱਲ ਇਹਨਾਂ ਮਲੇਛਾਂ ਨੂੰ ਸਮਝ ਨਹੀਂ ਆ ਰਹੀ, ਤਾਂ ਹੀ ਤਾਂ ਮਲੇਛ ਕਹਿੰਦੇ ਆ ਇਹਨਾਂ ਨੂੰ। ਕਹਿੰਦੇ ਬਥੇਰਾ ਆਪਣਾ ਬੁੱਧੀ ਦਾ ਬਲ ਲਾ ਕੇ ਵੇਖਦੇ ਨੇ, ਜਿਹੜੀ ਵਿਦਿਆ ਆਉਂਦੀ ਆ ਉਹਦੇ ਮੁਤਾਬਕ ਚੱਲਦੇ ਨੇ। ਗਇਓ ਨਾ ਸਤਿਗੁਰ ਧੋਰੈ ਪਰ ਕੋਈ ਵੀ ਗੋਲਾ ਸਤਿਗੁਰਾਂ ਤੱਕ ਨਹੀਂ ਤੋਰ ਸਕੇ। ਤਜੀ ਸੈ ਕਰੇ ਮੁਹਰਮ ਮੂਹ ਸਭ ਕਹਿੰਦੇ ਵਾਰੋ ਵੇਰੀ ਸਾਰਿਆਂ ਨੇ ਅਨੇਕਾਂ ਤੋਪਾਂ ਚਲਾਈਆਂ। ਪਾਏ ਬਰੂਦ ਰੁਗੋਰਾ ਬਥੇਰਾ ਬਰੂਦ ਤੇ ਗੋਲੇ ਪਾ ਚਲਾਉਂਦੇ ਨੇ। ਧੂਮ ਤਾਰ ਤੇ ਅੰਧ ਧੁੰਦ ਪਾ ਬਸ ਧੂਆਂ ਹੀ ਧੂਆਂ ਦਿਸਦਾ ਚਾਰੇ ਪਾਸੇ। ਅਧਿਕ ਮਚਿਓ ਤਬ ਸ਼ੋਰਾ ਇਹੋ ਜਿਹਾ ਸ਼ੋਰ ਚਾਰੇ ਪਾਸੇ ਮਚਿਆ ਹੋਇਆ। ਜਤਨ ਕਰਤ ਯਾਰ ਤੋਪ ਚਲਾਵਤ ਯਤਨ ਕਰਦੇ ਨੇ, ਤੋਪ ਚਲਾਉਂਦੇ ਨੇ। ਤਬ ਸੰਧਿਆ ਹੋਏ ਆਈ ਇੰਨੇ ਨੂੰ ਸ਼ਾਮ ਪੈ ਗਈ, ਸਾਰਾ ਦਿਨ ਬੀਤ ਗਿਆ ਤੋਪਾਂ ਚਲਾਉਂਦਿਆਂ ਦਾ ਹੀ। ਬਹੁ ਬਿਸਮਾਏ ਰਹੇ ਪਛਤਾਵਤ ਹੈਰਾਨ ਹੋ ਗਏ ਤੇ ਨਾਲੇ ਪਛਤਾਉਂਦੇ ਨੇ। ਵੱਡੀ ਘਾਤ ਅਬ ਪਾਈ ਕਹਿੰਦੇ ਏਡਾ ਵਧੀਆ ਦਾ ਮਿਲਿਆ ਸੀ, ਪਰ ਉਹ ਦਾ ਸਾਡਾ ਪੂਰਾ ਨਹੀਂ ਉਤਰਿਆ। ਲਗਤ ਜੇ ਗੋਰੇ ਗੁਰ ਸਮੇਤ ਅਬ ਜੇ ਇਸ ਵੇਲੇ ਗੋਲੇ ਉੱਥੇ ਪਹੁੰਚ ਜਾਂਦੇ ਗੁਰੂ ਜੀ ਦੇ ਸਮੇਤ ਜਿੰਨੇ ਸਿੰਘ ਬੈਠੇ ਨੇ, ਹੋਤ ਸੰਘਾਰਨ ਸਾਰੇ ਸਾਰਿਆਂ ਨੂੰ ਅੱਜ ਹੀ ਅਸੀਂ ਮਾਰ ਦੇਣਾ ਸੀ, ਅੱਜ ਹੀ ਮੁਕਾ ਦੇਣਾ ਸੀ। ਫਤਿਹ ਮੁਹਿੰਮ ਲੇਤ ਕਰ ਸਗਰੀ ਔਰ ਸਾਨੂੰ ਫਤਿਹ ਮਿਲ ਜਾਣੀ ਸੀ, ਜਿੱਤ ਪ੍ਰਾਪਤ ਹੋ ਜਾਣੀ ਸੀ ਅੱਜ ਹੀ। ਕਾਰਜ ਹੋਤ ਸੁਧਾਰੇ ਔਰ ਸਾਡੇ ਸਾਰੇ ਕੰਮ ਸਬਰ ਜਾਣੇ ਸਨ,
ਸਿੱਧ ਹੋ ਜਾਣੇ ਸਨ। ਤਮ ਪਸਰਿਓ ਪ੍ਰਕਾਸ਼ ਹਾਨ ਭਾ ਇੰਨੇ ਨੂੰ ਹਨੇਰਾ ਪਸਰ ਗਿਆ ਤੇ ਚਾਨਣਾ ਵਿਲੈ ਹੋ ਗਿਆ। ਹਾਟ ਡੇਰੇ ਕੋ ਚਾਲੇ ਇਹ ਹੁਣ ਵਾਪਸ ਆਪਣੇ ਡੇਰਿਆਂ ਨੂੰ ਚੱਲੇ ਨੇ। ਭੀਮ ਚੰਦ ਸੋ ਬੂਝਿਓ ਸੂਬੇ ਭੀਮ ਚੰਦ ਨੂੰ ਸੂਬੇਦਾਰ ਪੁੱਛਦਾ ਹੈ, ਅਚਰਜ ਪਿਖਿਓ ਬਿਸਾਲੇ ਕਹਿੰਦਾ ਭੀਮ ਚੰਦ ਆ ਕੀ ਖੇਡ ਸੀ? ਇਹ ਬੜਾ ਹੀ ਹੈਰਾਨੀ ਦੀ ਗੱਲ ਵੇਖੀ ਅੱਜ। ਇਹ ਕਿਆ ਭਇਓ ਨਾ ਜਾਣਿਓ ਜਾਈ ਇਹ ਕੀ ਹੋਇਆ ਅੱਜ ਸਮਝ ਨਹੀਂ ਆਈ। ਗੋਰੇ ਪੁੰਜ ਚਲਾਏ ਅਨੇਕਾਂ ਗੋਲੇ ਅਸੀਂ ਗੁਰੂ ਜੀ ਵੱਲ ਚਲਾਏ ਨੇ, ਕਿਸਨੇ ਪਤਾ ਦਿਓ ਕੁਛ ਨਾਹੀ ਕਹਿੰਦੇ ਕਿਸੇ ਨੇ ਕੁਝ ਦੱਸਿਆ ਹੀ ਨਹੀਂ। ਸਤਿਗੁਰ ਨਹਿ ਨਾ ਉਠਾਏ ਕਹਿੰਦੇ ਨਾ ਹੀ ਉੱਥੋਂ ਸਤਿਗੁਰੂ ਜੀ ਕਿਤੇ ਉੱਠ ਕੇ ਗਏ ਨੇ, ਉਹ ਤਾਂ ਸਾਰਾ ਦਿਨ ਬੈਠੇ ਸਾਡਾ ਨਿਸ਼ਾਨਾ ਬਣੇ ਰਹੇ, ਸਾਡੇ ਕੋਲੋਂ ਹੀ ਨਹੀਂ ਨਿਸ਼ਾਨਾ ਲੱਗਾ। ਉੱਚੇ ਥਲ ਕਰ ਲਗਿਓ ਨਾ ਗੋਰਾ ਖਬਰੇ ਉਹਨਾਂ ਦਾ ਥਾਂ ਉੱਚਾ ਸੀ ਵੀ ਉਹਦੇ ਉੱਤੇ ਤਾਂ ਗੋਲਾ ਨਹੀਂ ਲੱਗਾ। ਟਿੱਬਾ ਕਿਦੋਂ ਘੁਟਾਲਾ ਜਾਂ ਫਿਰ ਜਿਹੜੇ ਉਹ ਟਿੱਬੇ ਤੇ ਬੈਠੇ ਨੂੰ ਟਿੱਬੇ ਦੀ ਬਣਤਰ ਹੀ ਇਹੋ ਜੀ ਆ ਵੀ ਉੱਥੇ ਤੱਕ ਗੋਲਾ ਜਾਂਦਾ ਹੀ ਨਹੀਂ। ਕਿਦੋਂ ਗਿਰਦ ਮੈਂ ਹੁਤੇ ਨਿਸ਼ਾਨਾ ਜਾਂ ਫਿਰ ਬਹੁਤਾ ਨੇੜੇ ਬੈਠੇ ਹਨ। ਕੈ ਗੁਰ ਅਜ਼ਮਤ ਵਾਲਾ ਜਾਂ ਫਿਰ ਗੁਰੂ ਕਰਾਮਾਤੀ ਆ, ਪਤਾ ਨਹੀਂ ਵੀ ਅਸਲੀ ਗੱਲ ਕੀ ਆ, ਸਾਨੂੰ ਤਾਂ ਸਮਝ ਨਹੀਂ ਆਈ। ਵੇ ਉੱਚ ਕੈ ਨੀਚੇ ਲਾਗੇ ਜਿੰਨੇ ਗੋਲੇ ਉੱਤੇ ਚਲੇ ਗਏ ਜਾਂ ਥੱਲੇ ਲੱਗੇ ਪਹਾੜ ਵਿੱਚ, ਬਾਮ ਦਾਹਲੇ ਹੋਏ ਜਾਂ ਸੱਜੇ ਖੱਬੇ ਚਲੇ ਗਏ, ਨਹੀਂ ਤਰਾਸ ਭੀ ਕਿਸਨੇ ਪਾਇਓ ਔਰ ਉਹ ਵੀ ਨਿਡਰ ਹੋ ਕੇ ਬੈਠੇ ਰਹੇ। ਉਹਨਾਂ ਨੇ ਮਾੜਾ ਮੋਟਾ ਵੀ ਆਪਣਾ ਡਰ ਨਹੀਂ ਪ੍ਰਗਟ ਕੀਤਾ। ਉਠਨ ਕਹਾ ਕਿਤ ਕੋਏ ਉੱਠ ਕੇ ਜਾਣਾ ਤਾਂ ਕਿਤੇ ਰਿਹਾ, ਉਹ ਤਾਂ ਚੌਂਕੜੇ ਮਾਰ ਕੇ ਬੈਠੇ ਸਨ। ਉੱਠ ਕੇ ਤਾਂ ਕਿਤੇ ਜਾਣਾ ਸੀ ਉਹਨਾਂ ਨੇ। ਰਾਜੇ ਭਨਿਓ ਚਲੇ ਗਨ ਗੋਰੇ ਰਾਜਾ ਭੀਮ ਚੰਦ ਅੱਗੋਂ ਬੋਲਿਆ, ਕਹਿਣ ਲੱਗਾ ਜੀ ਇਹ ਜਿੰਨੇ ਗੋਲੇ ਚੱਲੇ ਨੇ ਮੈਂ ਭੀ ਅਚਰਜ ਮਾਨਾ ਮੈਂ ਵੀ ਹੈਰਾਨ ਹੋਇਆ ਵੇਖ ਕੇ। ਜਾਏ ਨਾ ਜਾਣੀ ਕਿਆ ਕੁਛ ਹੋਇਓ ਪਤਾ ਨਹੀਂ ਕੀ ਹੋਇਆ, ਸਮਝ ਤਾਂ ਮੈਨੂੰ ਵੀ ਨਹੀਂ ਲੱਗੀ। ਕਿਆ ਮੈਂ ਕਰੋ ਬਖਾਨਾ ਮੈਂ ਇਹਦੇ 'ਚ ਹੁਣ ਕੀ ਦੱਸਾਂ, ਕੀ ਬਖਿਆਨ ਕਰਾਂ? ਜੇ ਮੈਨੂੰ ਸਮਝ ਪਿਆ ਹੋਵੇ ਤੇ ਦੱਸਾਂ, ਖਾਨੇ 'ਚ ਤਾਂ ਮੇਰੇ ਵੀ ਨਹੀਂ ਪਈ ਵੀ ਹੋਇਆ ਕੀ ਹੈ। ਪ੍ਰਥਮ ਲੜਾਈ ਵਹਿਰ ਨਿਕਾਰੇ ਇੱਕ ਵਾਰ ਪਹਿਲਾਂ ਵੀ ਏਦਾਂ ਹੋ ਚੁੱਕਾ ਸੀ। ਗੁਰੂ ਜੀ ਨੂੰ ਆਨੰਦਪੁਰ ਕਿਲੇ ਵਿੱਚੋਂ ਬਾਹਰ ਕੱਢਿਆ ਸੀ। ਤਹ ਹਮ ਤੋਪ ਚਲਾਈ ਇਹ ਇੱਕ ਨੇੜੇ ਨਿਰਮੋਹਗੜ੍ਹ ਜਗ੍ਹਾ ਹੈ, ਉੱਚਾ ਟਿੱਬਾ, ਉੱਥੇ ਅਸੀਂ ਵੀ ਇਸੇ ਤਰ੍ਹਾਂ ਤੋਪਾਂ ਚਲਾਈਆਂ ਸਨ ਇਹਨਾਂ ਤੇ। ਗੁਰ ਕੋ ਲੱਗੀ ਨਾ ਸਿੱਖ ਇੱਕ ਮਾਰਿਓ ਉਹ ਗੋਲਾ ਉਹਨਾਂ ਨੂੰ ਤਾਂ ਨਹੀਂ ਵੱਜਾ, ਉਹਨਾਂ ਦੇ ਲਾਗੇ ਇੱਕ ਸਿੰਘ ਨੂੰ ਜ਼ਰੂਰ ਵੱਜਾ ਦਿਓ ਪਤਾ ਢਿੱਗ ਜਾਈ ਤੇ ਉਹਨੇ ਜਾ ਕੇ ਸ਼ਹੀਦੀ ਪਾ ਲਈ। ਹੁਤੋ ਤੋਪਚੀ ਵਿਦਿਆ ਨਿਪਨੂ ਸਾਡਾ ਜਿਹੜਾ ਤੋਪਚੀ ਸੀ ਉਹ ਤੋਪ ਚਲਾਉਣ ਦੀ ਵਿਦਿਆ 'ਚ ਬੜਾ ਨਿਪੁੰਨ ਸੀ। ਮਾਰਤ ਦੂਸਰ ਗੋਰਾ ਉਹ ਹਾਲੇ ਦੂਜਾ ਗੋਲਾ ਮਾਰਨ ਨੂੰ ਤਿਆਰ ਹੀ ਸੀ। ਸਿੱਖ ਸਿੱਖ ਮਰਿਓ ਸੰਧ ਸਰ ਧਨ ਗੁਰ ਪਰ ਉਧਰੋਂ ਗੁਰੂ ਜੀ ਨੇ ਜਦੋਂ ਵੇਖਿਆ ਵੀ ਉਹਨਾਂ ਦਾ ਸਿੰਘ ਸ਼ਹੀਦ ਹੋ ਗਿਆ ਗੋਲੇ ਨਾਲ, ਕਾਤ ਕਾਲ ਖਰ ਛੋਰਾ ਤਾਤਕਾਲ ਹੀ ਉਹਨਾਂ ਨੇ ਤੀਰ ਚਲਾਇਆ। ਉੱਥੇ ਹੀ ਬੈਠਿਆਂ ਕੋ ਸਿੱਖ ਹੁਤੋ ਪ੍ਰਮਾਨ ਬੀਚ ਕੋ ਤਕਰੀਬਨ ਕੋ ਡੇਢ ਕੋ ਦਾ ਫਾਸਲਾ ਹੋਣਾ ਸਾਡੇ ਵਿਚਕਾਰ, ਜਿੱਥੋਂ ਗੁਰੂ ਜੀ ਨੇ ਤੀਰ ਚਲਾਇਆ। ਲਗਿਓ ਭਾਲ ਮਹਿ ਜਾਈ ਜਿਹੜਾ ਸਾਡਾ ਤੋਪਚੀ ਸੀ ਐਨ ਮੱਥੇ ਵਿੱਚ ਵੱਜ ਕੇ ਉਹ ਤੀਰ ਉਹਦੇ ਪਿਛਲੇ ਪਾਸਿਓਂ ਨਿਕਲ ਗਿਆ ਸੀ। ਦੂਜਾ ਗੋਲਾ ਉਹਦੇ ਹੱਥ 'ਚ ਹੀ ਰਹਿ ਗਿਆ ਚਲਾਉਂਦੇ ਦਾ। ਮਰਿਓ ਸੋ ਇੱਕ ਸਰ ਔਰ ਚਲਾਇਓ ਜਦੋਂ ਉਹ ਮਰ ਗਿਆ ਤੇ ਇੱਕ ਤੀਰ ਗੁਰੂ ਜੀ ਨੇ ਹੋਰ ਚਲਾਇਆ। ਨਿਕਟ ਖਰੋ ਤਿਸ ਪਾਈ ਉਹਦੇ ਨੇੜੇ ਉਹਦਾ ਭਰਾ ਖੜਾ ਸੀ ਤੋਪਚੀ ਦਾ, ਉਹ ਚਲਾਣ ਨੂੰ ਕਾਹਲਾ ਸੀ। ਕਹਿੰਦੇ ਦੂਜਾ ਤੀਰ ਉਹਨੂੰ ਆ ਕੇ ਵੱਜਾ, ਤਿਸ ਕੇ ਲਗਿਓ ਮਰਿਓ ਸੋ ਤਤ ਛਿਨ ਉਹਨੂੰ ਵੀ ਵੱਜਾ ਤੇ ਉਹ ਵੀ ਤਤ ਛਿਨ ਜ਼ਮੀਨ ਤੇ ਡਿੱਗ ਪਿਆ। ਤੁਪਚੀ ਰਹਿਓ ਨਾ ਕੋਈ ਸਾਡੇ ਦੋਵੇਂ ਤੋਪਚੀ ਮਰ ਗਏ, ਫਿਰ ਕੋਈ ਤੋਪਚੀ ਪਿੱਛੇ ਰਿਹਾ ਹੀ ਨਹੀਂ। ਅਸੀਂ ਵੀ ਭੱਜ ਕੇ ਉਧਰ ਉਧਰ ਜਾਨ ਬਚਾਈ ਵੀ ਤੀਜਾ ਤੀਰ ਆਉਂਦਿਆਂ ਵੀ ਕਿਹੜਾ ਦੇਰੀ ਲੱਗਣੀ ਹੈ। ਵਜ਼ੀਰ ਖਾਨ ਕਹਿੰਦਾ, ਉਹ ਭੀਮ ਚੰਦ ਤੂੰ ਸਵੇਰੇ ਕਿਉਂ ਨਹੀਂ ਦੱਸਿਆ? ਅੱਜ ਤਾਂ ਮੈਂ ਚਲਾਉਂਦਾ ਫਿਰਦਾ ਸੀ ਤੋਪਾਂ। ਵੀ ਆਹ ਗੱਲ ਤੂੰ ਹੁਣ ਦੱਸਦਾ, ਸਵੇਰੇ ਵੀ ਦੱਸਣਾ ਚਾਹੀਦਾ ਸੀ ਤੈਨੂੰ ਵੀ ਉਧਰੋਂ ਤੀਰ ਵੀ ਆਉਂਦਾ ਮੱਥੇ ਵਿੱਚ ਵੱਜਦਾ। ਇਹ ਤਾਂ ਅੱਲਾ ਦਾ ਸ਼ੁਕਰ ਹੈ ਵੀ ਮੇਰੇ ਨਹੀਂ ਆ ਕੇ ਵੱਜਾ, ਇਹ ਤੇਰੀ ਗਲਤ ਬਾਤ ਹੈ। ਤੂੰ ਸਵੇਰੇ ਕਿਉਂ ਨਹੀਂ ਦੱਸਿਆ ਮੈਨੂੰ? ਇਹ ਗੱਲ ਹੁਣ ਪਿਆ ਦੱਸਦਾ। ਕਿਉਂ ਇੱਕ ਵਾਰ ਭਈ ਬਿਦ ਮਾਰਨ ਕਹਿੰਦੇ ਇਸ ਪ੍ਰਕਾਰ ਨਾਲ ਇੱਕ ਵਾਰੀ ਹੋ ਚੁੱਕੀ ਹੈ ਪਹਿਲਾਂ। ਕੀਨ ਸੁਨਾਵਨ ਸੋਈ ਏਦਾਂ ਰਾਜੇ ਭੀਮ ਚੰਦ ਨੇ ਸੁਣਾਈ ਸਾਰੀ ਗੱਲਬਾਤ। ਤਿਸ ਤੁਪਚੀ ਨੇ ਪਤਾ ਦਿਓ ਢਿੱਗ ਕਹਿੰਦੇ ਉਸ ਤੋਪਚੀ ਨੇ ਕੋਲ ਪਤਾ ਦਿੱਤਾ। ਖਰੋ ਅਗਰ ਸਿੱਖ ਮਾਰਾ ਕਹਿੰਦੇ ਅੱਗੇ ਜਿਹੜਾ ਗੁਰੂ ਸਾਹਿਬ ਦੇ ਸਾਹਮਣੇ ਖਲੋਤਾ ਸਿੱਖ ਸੀ ਉਹਨੇ ਮਾਰਿਆ ਸੀ ਤੋਪਚੀ ਨੇ। ਤੁਮਰੋ ਗੋਰਾ ਨਿਕਟ
ਨਿਕਟ ਨਾ ਪਹੁੰਚਿਓ। ਪਰ ਕਹਿੰਦਾ ਹੈਰਾਨੀ ਆ ਵੀ ਚਲੋ ਸਾਡਾ ਗੋਲਾ ਤਾਂ ਉਹਨਾਂ ਦੇ ਕੋਲ ਚਲਾ ਹੀ ਗਿਆ ਸੀ, ਪਰ ਤੁਹਾਡਾ ਤਾਂ ਕੋਈ ਗੋਲਾ ਗਿਆ ਹੀ ਨਹੀਂ ਉਹਨਾਂ ਦੇ ਕੋਲ। ਟਿੱਬਾ ਹੁਤੋ ਕੁਟਾਰਾ, ਖਬਰੇ ਉਹਨਾਂ ਜਿਹੜੇ ਟਿੱਬੇ ਤੇ ਬੈਠੇ ਨੇ ਵੀ ਉਹ ਘੁਟਾਲਾ ਜਿਹਾ ਟਿੱਬਾ ਵੀ ਉੱਥੇ ਤੱਕ ਜਾਂਦਾ ਨਹੀਂ ਹੈ ਗੋਲਾ। ਕਿਆ ਅਬ ਭਇਓ ਨਾ ਬੀਤ ਗਇਓ ਕੁਛ, ਕਹਿੰਦਾ ਪਤਾ ਨਹੀਂ ਕੀ ਹੋਇਆ ਵੀ ਚਲੋ ਵਜ਼ੀਰ ਖਾਨ ਸਾਹਿਬ ਜਿਹੜੀ ਗੱਲ ਹੋਈ ਉਹ ਬੀਤ ਗਈ, ਹੁਣ ਇਹਦੇ ਬਾਰੇ ਕੀ ਸੋਚਣਾ। ਕਈ ਵਾਰ ਇਮ ਹੋਵੇ, ਏਦਾਂ ਕਈ ਵਾਰ ਅੱਗੇ ਵੀ ਹੋਵੇਗਾ, ਪਹਿਲਾਂ ਵੀ ਹੋਇਆ ਤੇ ਅੱਗੇ ਵੀ ਹੋਵੇਗਾ। ਤੋਪ ਤੁਪਕ ਇਹ ਬੁਰੀ ਬਲਾਏ, ਇਹ ਤੋਪਾਂ ਤੇ ਬੰਦੂਕਾਂ ਬੜੀਆਂ ਬੁਰੀਆਂ ਬਲਾਵਾਂ ਹੁੰਦੀਆਂ, ਸੋ ਲਗਤ ਪ੍ਰਾਨ ਕੋ ਖੋਵੇ। ਜਿਹਨੂੰ ਲੱਗਦੀਆਂ ਨੇ ਉਹਦੇ ਪ੍ਰਾਣ ਕੱਢ ਲੈਂਦੀਆਂ ਨੇ। ਜ਼ੇਰ ਦਸਤ ਕਹਿ ਮੈਂ ਇਮ ਜਾਨੀ, ਜ਼ਬਰਦਸਤ ਖਾਨ ਕੋਲੋਂ ਬੋਲਿਆ, ਕਹਿੰਦਾ ਮੈਨੂੰ ਏਦਾਂ ਜਾਪਦਾ ਹੈ ਮੰਤਰ ਸਿੱਧ ਇਨ ਕੀਨਾ, ਕਿ ਗੁਰੂ ਜੀ ਨੇ ਕੋਈ ਮੰਤਰ ਸਿੱਧ ਕੀਤਾ ਹੋਇਆ ਹੈ। ਸਾਰ ਬੰਦ ਕਰ ਨਿਸ਼ਫਲ ਬੈਠੇ ਉਹਨਾਂ ਨੇ ਸਾਡਾ ਲੋਹਾ ਬੰਨ ਲਿਆ ਸੀ ਤੇ ਆਪ ਬਿਲਕੁਲ ਨਿਢਾਲ ਹੋ ਕੇ ਬੈਠੇ ਸਨ, ਕਛੂ ਤਰਾਸ ਨਹਿ ਚੀਨਾ, ਔਰ ਸਾਡਾ ਕੋਈ ਡਰ ਨਹੀਂ ਮੰਨਿਆ ਉਹਨਾਂ ਨੇ। ਨਤ ਗੋਰੇ ਮੈਂ ਬਹੁਤ ਚਲਾਏ, ਕਹਿੰਦਾ ਨਹੀਂ ਤਾਂ ਮੈਂ ਵੀ ਬੜੇ ਗੋਲੇ ਚਲਾਏ ਨੇ, ਇਲਮ ਲਖੋ ਮੈਂ ਭਾਰੀ, ਮੈਂ ਵੀ ਗੋਲੇ ਚਲਾਉਣ ਦਾ ਬੜਾ ਇਲਮ ਜਾਣਦਾ, ਹਤਿਓ ਨ ਕੋ ਸਮੀਪ ਨਹਿ ਪਰ ਪਹੁੰਚਿਓ। ਕੋਈ ਗੋਲਾ ਉਹਨਾਂ ਨੂੰ ਨਾ ਮਾਰ ਸਕਿਆ ਨਾ ਉਹਨਾਂ ਤਾਈਂ ਪਹੁੰਚ ਸਕਿਆ। ਜਾਂ ਤੇਰੇ ਦਾ ਵਿਚਾਰੀ, ਇਸ ਕਰਕੇ ਮੈਂ ਇਹ ਗੱਲ ਸੋਚਦਾ ਹਾਂ। ਸੁਣਤ ਵਜੀਦ ਖਾਨ ਸਮਝਾਇਸ, ਸੁਣ ਕੇ ਵਜੀਦ ਖਾਨ ਕੋਲੋਂ ਬੋਲਿਆ ਸਮਝਾਉਂਦਾ, ਮੰਤਰ ਨ ਸਿੱਧ ਕੁਛ ਜਾਨੋ, ਕਹਿੰਦਾ ਜੀ ਨਹੀਂ ਕੋਈ ਮੰਤਰ ਮੁੰਤਰ ਨਹੀਂ ਸਿੱਧ ਹੁੰਦਾ। ਪ੍ਰਥਮ ਯੁੱਧ ਮਹਿ ਅਧਿਕ ਵਿਰੁੱਧਿਓ, ਪਹਿਲੇ ਯੁੱਧ ਦੇ ਵਿੱਚ ਇਹਨਾਂ ਨਾਲ ਅਧਿਕ ਵਿਰੁੱਧ ਪਿਆ ਹੈ। ਕਰੇ ਵੀਰ ਗਨ ਹਾਨੋ, ਇਹਨਾਂ ਸਾਡੇ ਵੱਡੇ ਵੀਰ ਯੋਧੇ ਮਾਰੇ ਹਨ। ਸਾਹਿਬ ਚੰਦ ਜੂਥ ਪਤ ਗੁਰ ਕੋ, ਇਹਨਾਂ ਦਾ ਇੱਕ ਸੈਨਾਪਤੀ ਸੀ ਸਾਹਿਬ ਚੰਦ, ਮਾਰਿਓ ਬੀਚ ਲੜਾਈ, ਉਹਨੂੰ ਮੈਂ ਮਾਰਿਆ ਸੀ ਜੰਗ ਦੇ ਵਿੱਚ। ਨੀਠ ਨੀਠ ਕਰ ਲੋਤੇ ਉਠਾਈ, ਇਹ ਸਹਿਜੇ ਸਹਿਜੇ ਉਹਦੀ ਲਾਸ਼ ਚੁੱਕ ਕੇ ਲੈ ਕੇ ਗਏ ਸਨ। ਜ਼ੋਰ ਲਾਏ ਸਮੁਦਾਈ, ਇਹਨਾਂ ਦਾ ਮੈਂ ਪੂਰਾ ਜ਼ੋਰ ਲਵਾਇਆ ਸੀ, ਉਦੋਂ ਮੈਂ ਪਹਿਲਾਂ ਲੜ ਕੇ ਗਿਆ ਹਾਂ। ਇਮ ਬਾਤਨ ਕੋ ਕਰਤ ਪਹੁੰਚੇ, ਵਜ਼ੀਰ ਖਾਨ ਆਪਣੀਆਂ ਟਾਰਾਂ ਵੀ ਮਾਰਦਾ ਹੈ। ਨਾਲੇ ਭੀਮ ਚੰਦ ਨੂੰ ਕਹੀ ਜਾਂਦਾ ਕੋਲੋਂ ਵੀ ਜਿਹੜਾ ਉਹ ਤੋਪਚੀ ਨੂੰ ਮਾਰਿਆ ਸੀ ਗੁਰੂ ਜੀ ਨੇ ਤੀਰ, ਉਹ ਗੱਲ ਤੂੰ ਮੈਨੂੰ ਸਵੇਰੇ ਦੱਸਣੀ ਸੀ। ਨਾਲੇ ਕਹੀ ਜਾਂਦਾ ਵੀ ਮੈਂ ਬੈਠਾ ਇਹਨਾਂ ਨਾਲ ਬਥੇਰਾ ਲੜ ਕੇ ਵੇਖ ਲਿਆ, ਮੈਂ ਇਹਨਾਂ ਦਾ ਵੇਖਿਆ ਹੋਇਆ ਜ਼ੋਰ। ਏਦਾਂ ਗੱਲਾਂ ਬਾਤਾਂ ਕਰੀ ਜਾਂਦੇ ਤੇ ਟੁਰੇ ਜਾਂਦੇ ਨੇ। ਨਿਜ ਡੇਰੇ ਬਿਸਰਾਮੇ, ਆਪਣੇ ਡੇਰਿਆਂ ਤੇ ਜਾ ਕੇ ਮਲੇਛ ਪੈ ਗਏ। ਖਾਨ ਪਾਨ ਕਰ ਸੋਵਤ ਨਿੰਦਰਾ, ਖਾਨ ਪਾਨ ਕਰਕੇ ਸੌਂ ਗਏ ਗੂੜੀ ਨੀਂਦ। ਸਗਲੇ ਟਿਕੇ ਨਿਸਾਮੇ, ਸਾਰੇ ਆਪੋ ਆਪਣੀਆਂ ਜਗ੍ਹਾਵਾਂ ਤੇ ਨਿਸ਼ਾਨ ਟਿਕ ਗਏ। ਇਤ ਸਤਿ ਗੁਰ ਸੋਦਰ ਪਠ ਸੰਧਿਆ, ਇਧਰ ਕਲਗੀਧਰ ਜੀ ਨੇ ਸੋਦਰ ਦਾ ਪਾਠ ਉਸੇ ਟਿੱਬੇ ਤੇ ਬਹਿ ਕੇ ਕੀਤਾ ਸ਼ਾਮ ਦੇ ਵੇਲੇ। ਚੌਂਕੀ ਪੂਰਨ ਹੋਈ, ਸੋਦਰ ਦੀ ਚੌਂਕੀ ਪੂਰੀ ਹੋਈ, ਰਾਜ ਸਾਹਿਬ ਦੇ ਜਾਪ ਹੋਏ। ਖਰੋ ਗਿਰੰਥੀ ਕਰ ਅਰਦਾਸ ਹੈ, ਗ੍ਰੰਥੀ ਸਿੰਘ ਨੇ ਹੱਥ ਜੋੜ ਕੇ ਅਰਦਾਸਾ ਕੀਤਾ। ਸਿਰ ਨਿਮਰੇ ਸਭ ਕੋਈ, ਅਰਦਾਸ ਕਰਕੇ ਰਾਜ ਸਾਹਿਬ ਦੀ ਸਮਾਪਤੀ ਦੀ ਬੇਨਤੀ ਭੁੱਲ ਚੁੱਕ ਦੀ ਖਿਮਾ ਯਾਚਨਾ ਕੀਤੀ, ਸਿਰ ਨਿਵੇਂ ਕੀਤੇ। ਪੂਰ ਤਰਕ ਝਖ ਮਾਰ ਰਹੇ ਸਭ, ਔਰ ਕਹਿੰਦੇ ਅਰਦਾਸ ਕਰਦਿਆਂ ਕਿਹਾ ਗ੍ਰੰਥੀ ਸਿੰਘ ਜੀ ਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਧਰ ਇਹ ਆਨੰਦ ਵਰਤ ਰਿਹਾ ਤੇ ਉਧਰ ਜਿਹੜੇ ਤੁਰਕ ਨੇ ਸਾਰੇ ਝੱਖ ਮਾਰਦੇ ਹੋਏ ਕੂੜ ਬੋਲਦੇ ਹੋਏ ਜਾ ਰਹੇ ਨੇ। ਕਛੂ ਨ ਬਸ ਬਲ ਚਾਲਾ, ਕੋਈ ਬਸ ਨਹੀਂ ਸਤਿਗੁਰਾਂ ਤੇ ਚੱਲਿਆ। ਫਤਿਹ ਗੁਰੂ ਕੀ ਸਭਨ ਬੁਲਾਈ, ਇਧਰ ਸਿੰਘਾਂ ਨੇ ਅਰਦਾਸ ਤੋਂ ਬਾਅਦ ਗੱਜ ਕੇ ਫਤਿਹ ਗਜਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉੱਚੇ ਨਾਦ ਉਠਾਲਾ, ਉੱਚੀ ਨਾਦ ਉੱਚੀ ਆਵਾਜ਼ ਕਹਿੰਦੇ ਗੂੰਜੀ ਆ ਫਤਿਹ ਦੀ। ਹਰਖਤ ਭਏ ਅਸਤਰਬ ਹੋਇਓ, ਕਹਿੰਦੇ ਸੂਰਜ ਛੁਪ ਗਿਆ ਹਨੇਰਾ ਪੈ ਗਿਆ। ਕੇ ਸਤਿਗੁਰ ਨੇ ਜਥਾਨਾ, ਸਤਿਗੁਰੂ ਜੀ ਆਪਣੇ ਸੁਖਾਸਣਾ ਤੇ ਆਏ। ਕਿਤਕ ਖਾਲਸਾ ਥਿਰਿਓ ਮੋਰਚੇ, ਕੁਝ ਖਾਲਸਾ ਮਹਾਰਾਜ ਜੀ ਦਾ ਮੋਰਚਿਆਂ 'ਚ ਰਿਹਾ। ਹੋਇ ਕਰ ਬਹੁ ਸਵਧਾਨਾ, ਸਾਵਧਾਨ ਹੋ ਕੇ ਮੋਰਚਿਆਂ 'ਚ ਬੈਠੇ ਨੇ ਖਾਲਸੇ। ਖਾਨ ਪਾਨ ਕਰ ਪੌਡੇ ਸੁਪਤੇ, ਖਾਨ ਪਾਨ ਕਰਕੇ ਆਰਾਮ ਕੀਤਾ ਸਿੰਘਾਂ ਨੇ। ਤਰਾਸ ਨ ਮਾਨਤ ਕੋਈ, ਕਿਸੇ ਦੇ ਮਨ 'ਚ ਕੋਈ ਤਰਾਸ ਤੇ ਡਰ ਨਹੀਂ ਹੈ। ਜਥਾ ਗੁਹਾ ਮਹਿ ਕੇ ਹਰ ਬਾਸੈ, ਕਹਿੰਦੇ ਜਿਵੇਂ ਗੁਫਾ ਵਿੱਚ ਕੋਈ ਬੱਬਰ ਸ਼ੇਰ ਵਸਦਾ ਡਰਦਾ ਨਹੀਂ, ਗਜ ਸਮਾਨ ਰਿਪ ਜੋਈ, ਤੇ ਉਧਰ ਦੁਸ਼ਮਣ ਹਾਥੀ ਦੇ ਸਮਾਨ ਬਾਹਰ ਬੈਠਾ ਵੀ ਕੰਬੀ ਜਾਂਦਾ ਹੈ। ਦੋਨੋਂ ਦਿਸ਼ਾ ਨਿਸਾ ਮਹਿ ਟਿਕ ਗਏ, ਕਹਿੰਦੇ ਦੋਹਾਂ ਪਾਸਿਆਂ ਦੇ ਸੂਰਮੇ ਰਾਤ ਨੂੰ ਟਿਕ ਗਏ। ਆਪ ਆਪਣੇ ਥਾਨਾ, ਆਪੋ ਆਪਣੀਆਂ ਥਾਵਾਂ ਤੇ ਆਰਾਮ ਕਰਨ ਲੱਗੇ। ਘੇਰਾ ਪਾਏ ਪਰੇ ਚਹੁ ਦਿਸ਼ ਮਹਿ, ਚਾਰੇ ਪਾਸੇ ਤੁਰਕਾਂ ਤੇ ਪਹਾੜੀਆਂ ਨੇ ਘੇਰਾਬੰਦੀ ਕੀਤੀ ਹੋਈ ਹੈ, ਡਰਤ ਨ ਰਣ ਕੋ ਠਾਨਾ, ਔਰ ਡਰਦੇ ਹੋਏ ਜੰਗ ਨਹੀਂ ਕਰਦੇ। ਸ਼ੇਰ ਗੁਫਾ ਵਿੱਚ ਵੀ ਨਿਰਭਉ ਹੈ, ਅੰਦਰ ਸਿੰਘ ਤੇ ਹਾਥੀ ਬਾਹਰ ਖਲੋਤੇ ਵੀ ਡਰੇ ਹੋਏ ਸਹਿਮੇ ਹੋਏ ਜੰਗ ਕਰਨ ਵਾਸਤੇ ਅੱਗੇ ਨਹੀਂ ਵਧਦੇ ਜਿੰਨੇ ਤੁਰਕ ਤੇ ਪਹਾੜੀਏ ਨੇ।
ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਜਿਸ ਪ੍ਰਕਾਰ ਨਾਲ ਜੰਗ ਲੜ ਰਹੇ ਨੇ ਸ੍ਰੀ ਅਨੰਦਪੁਰ ਸਾਹਿਬ ਦਾ, ਪਾਤਸ਼ਾਹ ਦੀ ਪਾਵਨ ਅੰਮ੍ਰਿਤ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 हे अच्युत हे पार ब्रह्म अबनासी अगनास हे पुरन हे सर्वमय दुख पंजन गुणतास हे संगी हे निरंकार हे निर्गुण सब टेक हे गोविंद हे गुण निधान राकै सदा विवेक हे अपरंपर हर हरे है पी होवन हार हे संतह कै सदा संग हे धारा आधार हे ठाकुर हूँ दासरो मैं निर्गुण गुण नहीं कोई नानक दीजै नाम दान राखो ही है आए परोए प्रभ शरणागति कृपा निध दयाल एक अखर हर मन बस्त नानक होत निहाल वाहिगुरु नाम जहाज है चढ़े सो उतरे पार जो शरदा कर सेवंदे गुर पार उतारन हार वाहिगुरु नाम जहाज है चढ़े सो उतरे पार जो शरदा कर सेवंदे गुर पार उतारन हार वाहिगुरु जी का खालसा वाहिगुरु जी की फतेह। साध संगत जी बेनती है कल 1 जनवरी ਨੂੰ ਗੁਰਦੁਆਰਾ ਸਾਹਿਬ ਨਾਨਕਸਰ ਈਸ਼ਵਰ ਨਗਰ ਦੇਵੀਗੜ੍ਹ ਰੋਡ ਤੇ ਇਹ ਸਥਾਨ ਹੈ, ਉੱਥੇ ਕੱਲ ਸਵੇਰੇ 8 ਤੋਂ 4 ਵਜੇ ਤੱਕ ਸੰਤ ਸਮਾਗਮ ਹੋ ਰਿਹਾ ਹੈ। ਪੰਥ ਦੇ ਮਹਾਨ ਵਿਦਵਾਨ ਰਾਗੀ ਸਿੰਘ ਮਹਾਂਪੁਰਸ਼ ਮਹਾਤਮਾ ਉੱਥੇ ਹਾਜ਼ਰੀਆਂ ਭਰਨਗੇ। ਆਪ ਜੀ ਨੇ ਕੱਲ ਸਵੇਰੇ 8 ਤੋਂ 4 ਵਜੇ ਤੱਕ ਦਿਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਜੀ ਸਰਵਣ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।